जय गुरुदेव, जय भीम, नौ बुधाए। स्पैशल गैसट ਦੇ ਅੱਜ ਦੇ ਐਪੀਸੋਡ ਵਿੱਚ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਮੈਂ ਧਰਮਚੰਦ ਮੇਹੇ ਹਰ ਵਾਰ ਦੀ ਤਰ੍ਹਾਂ ਅੱਜ ਇੱਕ ਹੋਰ ਨਵਾਂ ਗੈਸਟ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ। ਸਪੈਸ਼ਲ ਗੈਸਟ ਦੇ ਅੱਜ ਦੇ ਐਪੀਸੋਡ ਵਿੱਚ ਜਿਹੜੀ ਖਾਸੀਅਤ ਹੈ, ਕਿਉਂ ਸਪੈਸ਼ਲ ਗੈਸਟ ਉਹ ਹਨ, बेशक ਤੁਹਾਨੂੰ ਬਾਅਦ ਵਿੱਚ ਪਤਾ ਲੱਗ ਜਾਣਾ, ਲੇਕਿਨ ਥੋੜ੍ਹਾ ਬਹੁਤ ਪਹਿਲਾਂ ਮੈਂ ਦੱਸ ਦਿਆਂ ਕਿ ਕੁਛ ਸ਼ਖਸੀਅਤ ਇੱਦਾਂ ਦੀਆਂ ਹੁੰਦੀਆਂ ਕਿ ਉਹਦੇ ਵਿੱਚ ਇੱਕ ਜਾਂ ਦੋ ਕੁਆਲਿਟੀ ਹੁੰਦੀਆਂ ਜਿਹੜੇ ਅੱਜ ਦੀ ਅਸੀਂ ਮਹਿਮਾਨ ਨਵਾਜ਼ੀ ਕਰ ਰਹੇ ਹਾਂ। ਜਿਹੜੇ ਅੱਜ ਦੇ ਸਪੈਸ਼ਲ ਗੈਸਟ ਆ ਉਹਨਾਂ ਦੀ ਜਿਹੜੀ ਖੂਬੀ ਆ ਉਹ ਬਹੁਤ ਪੱਖਾਂ ਤੋਂ ਹੈ। ਉਹ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਕੰਮ ਕਰਦੇ ਹਨ। ਉਹ ਲਿਖਾਰੀ ਹਨ, ਇਹ ਡਰਾਮੇ ਵੀ ਲਿਖਦੇ ਹਨ ਔਰ ਇਹ ਸਮਾਜਿਕ ਸੁਧਾਰ ਦੇ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਹੋਰ ਵੀ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਇਹਨਾਂ ਦੀ ਬਖੂਬੀ ਸ਼ਖਸੀਅਤ ਹੈ। ਇਹਨਾਂ ਨੂੰ ਆਪਾਂ ਮਿਲਣਾ ਔਰ ਇਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਨੀ ਉਹ ਖਾਸ ਕਾਊਂਟੇਬਲ ਹੋਵੇਗੀ, ਇੱਕ ਮਾਇਨੇ ਰੱਖਣ ਵਾਲੀ ਗੱਲ ਹੈ। ਇਹ ਭਾਰਤ ਤੋਂ ਥੋੜ੍ਹਾ ਚਿਰ ਹੋਇਆ ਇੱਥੇ ਆਪਣੇ ਮਕਸਦ ਲਈ, ਕਿਉਂਕਿ ਆਪਣੇ ਮੁਲਕ ਵਿੱਚ ਫੀਲਡ ਕੰਮ ਕਰਨਾ ਕੁਛ ਹੋਰ ਹੈ, ਲੇਕਿਨ ਬਾਹਰ ਜਾ ਕੇ ਆਪਣੀ ਕਮਿਊਨਿਟੀ ਦੇ ਵਿੱਚ ਕੰਮ ਕਰਨਾ, ਖਾਸ ਤੌਰ 'ਤੇ ਭਾਸ਼ਾ ਨੂੰ ਐਨਾਲਾਈਜ਼ ਕਰਨਾ ਕਿ ਕਿੱਥੇ ਨੁਕਸ ਆ, ਕਿਉਂ ਨਹੀਂ ਉਹ ਰੁਤਬਾ ਮਿਲ ਰਿਹਾ ਜਿਹੜਾ ਕਿਸੇ ਭਾਸ਼ਾ ਦਾ ਹੱਕ ਬਣਦਾ। ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ। ਇਹਨਾਂ ਨੇ ਕਿਤਾਬ ਵੀ ਲਿਖੀ ਹੈ ਔਰ ਇਹ TV 'ਤੇ ਜਾਂ ਮੀਡੀਆ 'ਚ ਆਮ ਤੌਰ 'ਤੇ ਬੜੇ ਪ੍ਰਚਲਿਤ ਹਨ। ਅਤੇ ਆਓ ਆਪਾਂ ਮਿਲਦੇ ਹਾਂ ਅੱਜ ਦੇ ਮਹਿਮਾਨ ਨੂੰ। ਮੈਂ ਇਹ ਦਾਅਵੇ ਨਾਲ ਗੱਲ ਕਹਿ ਸਕਦਾ ਕਿ ਉਹਨਾਂ ਨੂੰ ਦੇਖ ਕੇ ਤੁਸੀਂ ਬੜੇ ਪ੍ਰਸੰਨ ਹੋਵੋਗੇ ਔਰ ਬਹੁਤ ਹਸਮੁਖ ਪਰਸਨੈਲਿਟੀ ਆ ਔਰ ਬਹੁਤ ਸੂਝ-ਬੂਝ ਦੇ ਮਾਲਕ ਹਨ। ਮੈਂ ਇਹਨਾਂ ਨੂੰ ਮਿਲਿਆ ਔਰ ਮੈਨੂੰ ਬੜੀ ਖੁਸ਼ੀ ਹੋਈ। ਆਓ ਤੁਸੀਂ ਵੀ ਮਿਲੋ। ਇਹਨਾਂ ਦਾ ਨਾਮ ਹੈ ਪ੍ਰਵੀਨ ਸਿੰਘ ਸੰਧੂ ਸਾਹਿਬ। ਪ੍ਰਵੀਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਤੁਹਾਡਾ ਜੀ, ਬਹੁਤ ਮਿਹਰਬਾਨੀ ਸਾਰੀ ਟੀਮ, ਕਾਂਚੀ ਟੀਮ ਦੀ, ਤੁਸੀਂ ਮੈਨੂੰ ਇੱਥੇ ਬੁਲਾਇਆ, ਮੈਨੂੰ ਇੰਨਾ ਆਦਰ ਮਾਣ ਦਿੱਤਾ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ। ਤੁਹਾਡਾ ਬਹੁਤ ਬਹੁਤ ਸਵਾਗਤ, ਤੁਸੀਂ ਆਏ ਹੋ ਜੀ। ਤੁਹਾਡੇ ਕੰਮ ਦੀਆਂ ਬਹੁਤ ਸਾਰੀਆਂ ਕੁਆਲਿਟੀਆਂ ਜੀ ਜੋ ਮੈਨੂੰ ਪਤਾ ਹੈ ਜੀ। ਪਹਿਲਾਂ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਕਿ ਜਿਹੜੀ ਪੰਜਾਬੀ ਭਾਸ਼ਾ ਆ ਜੀ, ਤੁਸੀਂ ਇਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕੀਤਾ ਜੀ। ਮੈਨੂੰ ਮਰ ਜਾ ਆਪਣੇ ਕੰਮ ਬਾਰੇ ਦੱਸੋ ਕਿ ਪੰਜਾਬੀ ਦੀ ਜ਼ੁਬਾਨ ਆ ਇਹਦੇ ਵਿੱਚ ਤੁਸੀਂ ਕਿੱਥੇ ਫਿੱਟ ਹੁੰਦੇ ਆ? ਕਿਹੜਾ ਕੰਮ ਤੁਸੀਂ ਕਰ ਰਹੇ ਜਿਹੜਾ ਕੋਈ ਪਹਿਲਾਂ ਕੋਰਸ ਨਹੀਂ ਕੀਤਾ? ਇਸ ਤਰ੍ਹਾਂ ਵੱਡੇ ਭਾਜੀ, ਪੰਜਾਬੀ ਮਾਂ ਬੋਲੀ ਹੈ ਜਿਹੜੀ ਸਾਡੀ ਜੀ, ਉਹ ਜੇ ਮੈਂ ਕਹਾਂ ਕੰਮ ਦੀ ਗੱਲ, ਤੁਸੀਂ ਮੈਨੂੰ ਪੁੱਛਦੇ ਵੀ ਕੀ ਕੰਮ ਕੀਤਾ ਜੀ, ਤੇ ਕੰਮ ਤੇ 20 ਸਾਲ ਤੋਂ ਸਾਰੇ ਲੱਗੇ ਹੋਏ ਆ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਹਿਲਾ ਦਰਜਾ ਦਿਵਾਉਣ ਵਾਸਤੇ। ਠੀਕ। ਜਿੱਦਾਂ ਆਪਾਂ ਸਾਰੇ ਜਾਣੇ ਜਾਣਦੇ ਹਾਂ ਕਿ ਜਿਹੜਾ ਸਾਡੀ ਰਾਜਧਾਨੀ ਆ ਪੰਜਾਬ ਦੀ ਉਹ ਚੰਡੀਗੜ੍ਹ ਆ ਜੀ, ਤੇ ਚੰਡੀਗੜ੍ਹ ਦੇ ਵਿੱਚ ਸਾਡੀ ਆਪਣੀ ਰਾਜਧਾਨੀ ਹੋਵੇ ਤੇ ਉੱਥੇ ਪੰਜਾਬੀ ਨਾ ਬੋਲੀ ਜਾਵੇ ਤੇ ਮੇਰੇ ਮੁਤਾਬਕ ਬੜੀ ਸ਼ਰਮ ਵਾਲੀ ਗੱਲ ਆ ਇਹ। ਤੇ ਜੇ ਆਪਾਂ ਗੁਨਾਹਗਾਰ ਲੱਭੀਏ ਇਹਦੇ ਵਿੱਚੋਂ ਗੁਨਾਹਗਾਰ ਬੰਦਾ ਕਿਹੜਾ ਵਾ ਕਿ ਜਿਹੜਾ ਪੰਜਾਬੀ ਨੂੰ ਲਾਗੂ ਨਹੀਂ ਕਰ ਰਿਹਾ? ਇਹ ਜਿਹੜੇ ਸਰਦਾਰੇ ਦਰਬਾਰੇ ਸਰਕਾਰਾਂ ਬੈਠੀਆਂ। ਜੀ ਜੀ। ਮੈਂ ਇਹ ਵਿਸ਼ੇ ਨੂੰ ਕੋਈ ਪੋਲੀਟੀਕਲ ਵਿਸ਼ਾ ਨਹੀਂ ਬਣਾਉਣਾ ਚਾਹੁੰਦਾ, ਪਰ ਵੱਡੇ ਭਾਜੀ ਪੰਜਾਬੀ ਮਾਂ ਬੋਲੀ ਜਿਹੜੀ ਆ, ਆਪਾਂ ਕਿਸੇ ਵੀ ਦੇਸ਼ ਵਿੱਚ ਜਾਂਦੇ ਆ ਤੇ ਪੰਜਾਬੀ ਮਾਂ ਬੋਲੀ ਜਾਪਾਨ 'ਚ ਚਲ ਜਾਓ ਤੁਸੀਂ, ਕੋਰੀਆ 'ਚ ਚਲ ਜਾਓ ਤੁਸੀਂ, ਚਾਈਨਾ 'ਚ ਚਲ ਜਾਓ ਤੁਸੀਂ, ਉਹਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਕੀਪ ਕਰਕੇ ਤੇ ਉਹਨਾਂ ਦੇਸ਼ਾਂ ਨੇ ਤਰੱਕੀਆਂ ਕੀਤੀਆਂ। ਜੀ ਬਿਲਕੁਲ ਬਿਲਕੁਲ। ਤੇ ਅਸੀਂ ਆਂਦੇ ਆ ਜੀ, ਅਸੀਂ ਪੰਜਾਬੀ ਮਾਂ ਬੋਲੀ ਜਿਹੜਾ ਬੰਦਾ ਬੋਲਦਾ ਉਹ ਆਂਦੇ ਆਪਾਂ ਜੇ ਦੇਸੀ ਗਵਾਰ ਆ, ਇਹਨੂੰ ਤਾਂ ਪਤਾ ਹੀ ਕੁਛ ਨਹੀਂ ਆ, ਪੇਂਡੂ ਆ, ਇਹ ਤਾਂ ਅਨਪੜ੍ਹ ਆ, ਇਹਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ। ਤੇ ਉਹ ਸਾਰੀ ਚੀਜ਼ ਨੂੰ ਖਤਮ ਕਰਨ ਲਈ ਅਸੀਂ ਜਿਹੜਾ ਉਪਰਾਲਾ ਕਰਦੇ ਹਾਂ ਜਾਂ ਅਸੀਂ ਪ੍ਰੋਟੈਸਟ ਵੀ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਹਰ ਸਾਲ 1 ਨਵੰਬਰ ਨੂੰ। ਸੁਰਜੀਤ ਪਾਤਰ ਜੀ ਅਗਵਾਈ ਕਰਦੇ ਸਾਡੀ, ਹੋਰ ਬੜੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਵੀ ਅਸੀਂ ਚਾਹੁੰਦੇ ਸੀ ਕਿ ਪੰਜਾਬੀ ਮਾਂ ਬੋਲੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਲਾਗੂ ਹੋਵੇ। ਪਰ ਹੁਣ CM ਜਿਹੜੇ ਨਵੇਂ ਆਏ ਆ ਚੰਨੀ ਸਾਹਿਬ,
ਉਹਨਾਂ ਨੇ ਪੰਜਾਬੀ ਮਾਂ ਬੋਲੀ ਜਿਹੜੀ ਉਹ ਸਕੂਲਾਂ 'ਚ ਲਾਗੂ ਕਰ ਦਿੱਤੀ। ਉਹਨਾਂ ਦਾ ਪਹਿਲੀ ਮੈਂ ਧੰਨਵਾਦ ਵੀ ਕਰਦਾ ਉਹਨਾਂ ਦਾ, ਕਿ ਸ਼ੁਕਰਾਨਾ ਕਰਦਾ ਉਹਨਾਂ ਦਾ ਵੀ ਉਹਨਾਂ ਨੇ ਇਹ ਵੀ ਗੱਲ ਨਾਲ ਕਹੀ ਆ ਕਿ ਜਿਹੜੀ ਪੰਜਾਬੀ ਮਾਂ ਬੋਲੀ ਕਿਸੇ ਵੀ ਸਕੂਲ ਵਿੱਚ ਨਾ ਪੜ੍ਹਾਈ ਜਾਊਗੀ ਉਹਨਾਂ ਨੂੰ 2 ਲੱਖ ਰੁਪਈਆ ਜੁਰਮਾਨਾ ਕੀਤਾ ਜਾਊਗਾ। ਤੇ ਪ੍ਰਮਾਤਮਾ ਨੇ ਇਹ ਜਿਹੜਾ ਸਾਡਾ ਉਪਰਾਲਾ ਕਰਦੇ ਰਹੇ 20 ਸਾਲ ਤੋਂ ਇਹ ਗੱਲ ਕਾਮਯਾਬ ਹੋ ਗਿਆ। ਬਹੁਤ ਬਹੁਤ ਸ਼ੁਕਰੀਆ। ਜਿਹੜੀ ਪੰਜਾਬੀ ਭਾਸ਼ਾ ਲਾਗੂ ਨਹੀਂ ਹੋਈ ਜੀ ਜਾਂ ਲੋਕ ਅੰਗਰੇਜ਼ੀ ਪੜ੍ਹਾਉਣ ਲੱਗ ਪਏ ਜੀ, ਇਹਦਾ ਕਾਰਨ ਕੀ ਸੀ? ਕੀ ਵਜ੍ਹਾ ਤੁਸੀਂ ਮੰਨਦੇ ਆ? ਕਾਰਨ ਵੱਡੇ ਭਾਜੀ ਜੇ ਸਰਕਾਰਾਂ ਵੀ ਰੋਕਦੀਆਂ ਜੀ, ਇਸ ਲਈ ਪੰਜਾਬ ਦੀ ਇਹ ਮੈਂ ਕਹਿੰਦਾ ਬਦਕਿਸਮਤੀ ਹੈ ਕਿ ਸਾਰੀ ਐਜੂਕੇਸ਼ਨ ਖਤਮ ਕਰ ਦਿੱਤੀ ਜੀ ਜੀ। ਇਹਦਾ ਕੋਈ ਤਾਂ ਕਾਰਨ ਹੋਵੇਗਾ, ਕਿਉਂ ਐਜੂਕੇਸ਼ਨ ਖਤਮ ਕੀਤੀ ਗਈ ਸਰਕਾਰੀ ਸਕੂਲਾਂ 'ਚੋਂ ਜੀ, ਕਿਉਂ ਪੰਜਾਬੀ ਜ਼ੁਬਾਨ ਨੂੰ ਅਸੀਂ ਅੱਖੋਂ ਪਰੋਖੇ ਕੀਤਾ ਗਿਆ? ਇਹਦਾ ਕੀ ਕਾਰਨ ਸਮਝੋ ਤੁਸੀਂ? ਕਾਰਨ ਜੇ ਤੇ ਵੱਡੇ ਭਾਜੀ ਸਮਝੀਓ ਤੇ ਉਹ ਆਪਾਂ ਹੀ ਗੁਨੇਗਾਰ ਆ ਉਹਦੇ। ਸਹੀ, ਉਹਦੇ ਗੁਨਾਹਗਾਰ ਆਪਾਂ ਵਾਂ, ਕੋਈ ਗੁਨਾਹਗਾਰ ਨਹੀਂ ਹੈਗਾ ਉਹਦਾ। ਉਹ ਇਸ ਤਰ੍ਹਾਂ ਕਿ ਅਸੀਂ ਆਪਣਾ ਲਿਵਿੰਗ ਸਟੈਂਡਰਡ ਇਦਾਂ ਦਾ ਬਣਾ ਚੁੱਕੇ ਹਾਂ ਕਿ ਜੇ ਅਸੀਂ ਕਹੀਏ ਨਾ ਸਾਡਾ ਬੱਚਾ ਜਿਹੜਾ ਸਰਕਾਰੀ ਸਕੂਲ 'ਚ ਪੜ੍ਹਦਾ ਤੇ ਅਸੀਂ ਸਮਝਦੇ ਰਿਸ਼ਤੇਦਾਰਾਂ ਗਾੜੀ ਵੀ ਨਹੀਂ, ਉਹ ਕੋਈ ਕਹੂਗਾ ਵੀ ਤੇਰਾ ਬੱਚਾ ਸਰਕਾਰੀ ਸਕੂਲ 'ਚ ਪੜ੍ਹਨ ਦਿਆ ਵਾ। ਤੇ ਜੇ ਅਸੀਂ ਕਹਾਂਗੇ ਜੀ ਉਹ ਕਨਵੈਂਟ ਸਕੂਲ 'ਚ ਪੜ੍ਹਦਾ ਤੇ ਥੋੜ੍ਹਾ ਜਿਹਾ ਅਸੀਂ ਗਰਮ ਮਹਿਸੂਸ ਕਰਦੇ ਹਾਂ ਠੀਕ ਆ। ਰਿਸ਼ਤੇਦਾਰਾਂ 'ਚ, ਨਹੀਂ ਜੀ ਮੇਰਾ ਬੱਚਾ ਤੇ ਫਲਾਣੇ ਕ੍ਰਿਸਚਨ ਸਕੂਲ 'ਚ ਪੜ੍ਹਨ ਦਿਆ। ਕਿਸੇ ਵੀ ਸਕੂਲ 'ਚ ਜਦੋਂ ਅਸੀਂ ਆਪਣਾ ਬੱਚਾ ਕਨਵੈਂਟ ਸਕੂਲ 'ਚ ਪਾਉਂਦੇ ਹਾਂ ਤੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਡੇ ਬੱਚੇ ਦੇ ਜਿਹੜੇ ਦਿਮਾਗ ਵਿੱਚ ਜਿਹੜੀ ਚੀਜ਼ ਘਸਾਉਣੀ ਆ ਉਹਨਾਂ ਨੇ ਅੰਗਰੇਜ਼ੀ ਘਸਾਉਣੀ ਆ। ਅੱਛਾ, ਇਸ ਗੱਲ ਨੂੰ ਆਪਾਂ ਅੱਗੇ ਤੋਰਨ ਤੋਂ ਪਹਿਲਾਂ ਮੈਂ ਤੁਹਾਡੇ ਪਿਛੋਕੜ ਬਾਰੇ ਜੋ ਜਾਣਨਾ ਚਾਹੁੰਦਾ ਜੀ ਕਿ ਪ੍ਰਵੀਨ ਜੀ ਤੁਸੀਂ ਕਿਹੜੇ ਇਲਾਕੇ ਤੋਂ, ਕਿੰਨਾ ਤੁਸੀਂ ਪੜ੍ਹੇ, ਕਿੱਦਾਂ ਤੁਸੀਂ ਇਸ ਫੀਲਡ 'ਚ ਆਏ? ਮੇਰਾ ਪਿੰਡ ਜੀ ਅੰਮ੍ਰਿਤਸਰ ਤੋਂ, ਮੇਰਾ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਤੇ ਪਿੰਡ ਮੇਰਾ ਮੁੱਛਲ ਆ ਜੀ। ਠੀਕ ਹੈ। ਤੇ ਆਮ ਤੌਰ ਜਦੋਂ ਵੀ ਕਿਤੇ ਗੱਲਬਾਤ ਦਾ ਵਿਸ਼ਾ ਹੁੰਦਾ ਜੀ ਉਹ ਕਹਿ ਦਿੰਦੇ ਜੀ ਮੁੱਛਲ ਕਿਹੜਾ ਪਿੰਡ ਹੋ ਗਿਆ। ਤੇ ਮੁੱਛਲ ਬਹੁਤ ਮਸ਼ਹੂਰ ਪਿੰਡ ਆ ਜੀ, 3000 ਆਬਾਦੀ ਆ, ਬਹੁਤ ਵਧੀਆ ਬਣਾਇਆ ਹੋਇਆ ਵਾ। ਮੇਨ ਰੋਡ ਦੇ ਉੱਤੇ ਅੰਮ੍ਰਿਤਸਰ ਹਾਈਵੇ ਤੇ ਜਦੋਂ ਅਸੀਂ ਜਾਂਦੇ ਹਾਂ ਉਹਦੇ ਉੱਤੇ ਹੀ, ਹਾਈਵੇ ਦੇ ਉੱਤੇ। ਹਾਂਜੀ ਠੀਕ ਹੈ। ਤੇ ਅਰਲੀ ਐਜੂਕੇਸ਼ਨ ਕਿੱਦਾਂ? ਮੇਰੀ ਗ੍ਰੈਜੂਏਸ਼ਨ ਮੈਂ ਕੀਤੀ। ਹਾਂਜੀ ਠੀਕ ਹੈ ਕਿ ਮੈਂ ਸਾਰੇ ਇਸ ਕਰਕੇ ਪੁੱਛਿਆ ਕਿ ਜਿਹੜੀ ਇਨਸਾਨ ਦੀ ਬਣਤਰ ਆ ਜੀ 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 ਉਹ ਬਚਪਨ 'ਚ ਬਣ ਜਾਂਦੀ ਜੀ 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 ਜੀ। ਉਹਨੇ ਵੱਡਾ ਹੋ ਕੇ ਕੀ ਕਰਨਾ, ਜਿਹੜੀ ਉਹਦੀ ਰੁਚੀ ਹੁੰਦੀ ਉਹ ਦੱਸ ਦਿੰਦੀ ਹੈ ਜੀ ਜੀ ਬਿਲਕੁਲ। ਕੁਝ ਮਾਪਿਆਂ ਵੱਲੋਂ ਮਿਲ ਜਾਂਦਾ ਜੀ ਜੀ। ਤੇ ਆਪਾਂ ਇਸ ਕੋਲ ਅੱਗੇ ਤੋਰਦੇ ਹਾਂ ਜਿਹੜੀ ਐਜੂਕੇਸ਼ਨ ਆ ਆਪਾਂ ਖੁਦ ਕਸੂਰਵਾਰ ਆ ਜਿਹੜੀ ਅੱਗੇ ਪੰਜਾਬੀ ਜ਼ਬਾਨ ਦਾ ਨੁਕਸਾਨ ਹੋਇਆ। ਪਰ ਗੱਲ ਹੁਣ ਇਹ ਹੈਗੀ ਆ ਕਿ ਜਿਹੜੀ ਐਜੂਕੇਸ਼ਨ ਟੋਟਲੀ ਖਤਮ ਹੋ ਗਈ ਸਕੂਲਾਂ ਵਿੱਚੋਂ। ਜੀ ਜੀ। ਹਾਲੇ ਤੱਕ ਜਿਹੜੀ ਸਰਕਾਰ ਆਪਾਂ ਕਹਿੰਦੇ ਜਿਹੜੀ ਚੇਂਜ ਹੋਈ ਆ, ਜਿਹੜੀ ਤਬਦੀਲੀ ਆਈ ਆ, ਨਵਾਂ ਚੀਫ ਮਿਨਿਸਟਰ ਬਣਿਆ, ਉਹਨੇ ਬਹੁਤ ਸਾਰੇ ਲੋਕਾਂ ਨਾਲ ਪ੍ਰੋਮਿਸਿਸ ਕੀਤੇ ਹੈਗੇ ਆ, ਪਰ ਐਜੂਕੇਸ਼ਨ ਬਾਰੇ ਉਹਨੇ ਖਾਸ ਕੋਈ ਇਹ ਅਨਾਉਂਸਮੈਂਟ ਨਹੀਂ ਕੀਤੀ ਵੀ ਜੇ ਮੈਂ ਬਣਦਾ ਤਾਂ ਮੁੜ ਕੇ ਸਕੂਲਾਂ ਦੀ ਐਜੂਕੇਸ਼ਨ ਹੋਊਗੀ ਬਰਾਬਰ। ਜਦੋਂ ਅਸੀਂ ਪੜ੍ਹਦੇ ਸੀ ਸਕੂਲਾਂ ਵਿੱਚ ਉਸ ਲਈ ਸਟੈਂਡਰਡ ਬਹੁਤ ਹਾਈ ਸੀਗਾ ਜੀ ਜੀ। ਤਾਂ ਹੁਣ ਉਹ ਕਹਿੰਦੇ 10ਵੀਂ ਤੱਕ ਕੋਈ, ਮੈਂ ਬਹੁਤ ਸਾਰੇ ਬੰਦੇ ਦੇਖੇ ਆ 10ਵੀਂ ਤੱਕ ਜੀ ਉਹ ਚਿੱਠੀ ਨਹੀਂ ਲਿਖ ਸਕਦੇ। ਨਹੀਂ ਲਿਖ ਸਕਦੇ। ਅਸੀਂ ਤਾਂ 6ਵੀਂ ਦੀ ਚਿੱਠੀ ਲਿਖਦੇ ਸੀ। ਹਾਂਜੀ 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 ਬਿਲਕੁਲ ਸਹੀ ਗੱਲ ਤੁਹਾਡੀ। ਪਰ ਇਹ ਜਿਹੜੇ ਅਸੀਂ ਕਸੂਰਵਾਰ, ਅਸੀਂ ਕਸੂਰਵਾਰ ਨੂੰ ਨਹੀਂ ਕਹਿੰਦੇ, ਜਿਹਨਾਂ ਲੋਕਾਂ ਕੋਲ ਪੈਸੇ ਸੀ, ਜਿਹੜੇ ਅਮੀਰ ਲੋਕ ਸੀਗੇ, ਉਹਨਾਂ ਨੇ ਆਪਣੇ ਬੱਚੇ ਅੱਗੇ ਪਾਤੇ ਗਵਰਨਮੈਂਟ ਆਪਣੇ ਪ੍ਰਾਈਵੇਟ ਸਕੂਲਾਂ ਦੇ ਵਿੱਚ, ਤਾਂ ਉਹ ਇੱਕ ਦਲੀਆ ਖਾਨ ਸੈਂਟਰ ਰਹਿ ਗਿਆ। ਹਾਂਜੀ ਬਿਲਕੁਲ ਸਕੂਲ, ਬਿਲਕੁਲ ਬਿਲਕੁਲ। ਇਹ ਵੀ ਇੱਕ ਮਾੜੀ ਗੱਲ ਸੀ, ਮਾੜੀ ਗੱਲ ਸੀ। ਤੇ ਦੂਸਰੀ ਗੱਲ ਹੈਗੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਗਰ ਅਸੀਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੰਦੇ ਹਾਂ ਜੀ, ਜਿੱਦਾਂ ਚੰਨੀ ਸਾਹਿਬ ਨੇ ਕਹਿ ਦਿੱਤਾ ਵੀ ਪੜ੍ਹਾਈ ਜਾਊਗੀ, ਫਾਈਨ ਵੀ ਕਰ ਦੇਣਗੇ ਉਹ ਜੀ, ਕੀ ਪੰਜਾਬੀ ਪੜ੍ਹ ਕੇ ਫਰਜ਼ ਕੋਲ ਕੋਈ ਬੱਚਾ ਪੰਜਾਬੀ ਦੀ ਮਾਸਟਰ ਕਰ ਜਾਂਦਾ ਜੀ, ਕੀ ਪੰਜਾਬੀ ਦੀ ਮਾਸਟਰ ਕਰਕੇ ਉਹ ਕਿਸੇ ਪਾਸੇ ਜੋਗਾ ਹੋ ਜਾਊਗਾ, ਪੂਰੇ ਇੰਡੀਆ 'ਚ ਕੰਮ ਕਰਨ ਜੋਗਾ ਹੋ ਜਾਊ? ਉਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਕਿ ਕਿਉਂਕਿ ਇਸ ਲਈ ਆਪਾਂ ਕੰਪੀਟ ਕਰਦੇ ਦੁਨੀਆ ਦੇ ਨਾਲ। ਜੀ 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 ਜੀ। ਤੇ ਹਿੰਦੀ ਅੰਗਰੇਜ਼ੀ ਪੜ੍ਹ ਕੇ ਤੁਸੀਂ ਦੁਨੀਆ ਦੇ ਕਿਸੇ ਹਿੱਸੇ 'ਚ ਜਾ ਸਕਦੇ ਆ ਜੀ, ਪਰ ਕੀ ਅਸੀਂ ਇਕੱਲੀ ਪੰਜਾਬੀ ਪੜ੍ਹ ਕੇ ਹਰ ਦੁਨੀਆ ਦੇ ਖਿੱਤੇ 'ਚ ਜਾ ਕੇ ਆਪਣੀ ਨੌਕਰੀ ਕਰ ਸਕਦੇ ਹਾਂ? ਇਹ ਵੱਡੇ ਭਾਜੀ ਮੇਰਾ ਇਹ ਮਕਸਦ ਨਹੀਂ ਹੈਗਾ ਕਿ ਸਾਨੂੰ ਜਿਹੜੀਆਂ ਦੂਜੀਆਂ ਲੈਂਗੁਏਜ ਨਹੀਂ ਸਿੱਖਣੀਆਂ ਚਾਹੀਦੀਆਂ। ਮੈਂ ਨਾ ਜੀ ਜਿੰਨਾ ਅਸੀਂ ਲਰਨ ਕਰ ਸਕਦੇ ਵੱਧ ਤੋਂ ਵੱਧ ਲੈਂਗੁਏਜਾਂ ਸਿੱਖਣੀਆਂ ਚਾਹੀਦੀਆਂ, ਪਰ ਇਹ ਸਾਡੀ ਮਦਰ ਟੰਗ ਆ, ਸਾਡੀ ਜਿਹੜੀ ਆ ਜਿਹਨੂੰ ਕਹਿ ਦਿੰਦੇ ਆ ਵੀ ਸਾਨੂੰ ਵਿਰਸੇ ਦੇ ਵਿੱਚ ਸਾਨੂੰ ਜਿਹੜੀ ਉਹ ਪੰਜਾਬੀ ਮਾਂ ਬੋਲੀ ਸਾਨੂੰ ਮਿਲੀ ਆ। ਤੇ ਮੈਂ ਨਹੀਂ ਆਉਂਦਾ ਜੀ ਅੰਗਰੇਜ਼ੀ ਮਾੜੀ ਆ, ਮੈਂ ਨਹੀਂ ਆਉਂਦਾ ਹਿੰਦੀ ਮਾੜੀ ਆ, ਪੜ੍ਹਨੀਆਂ ਚਾਹੀਦੀਆਂ, ਪਰ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੱਡੇ ਭਾਜੀ ਕਿ ਆਪਾਂ ਜਿਹੜੀ ਮਦਰ ਟੰਗ ਆ ਉਹਨੂੰ ਆਪਾਂ ਮਾਣ ਦੇਣਾ ਚਾਹੀਦਾ। ਬਿਲਕੁਲ ਬਿਲਕੁਲ, ਕਿ ਉਹਨੂੰ ਪਛਾੜੀਏ ਨਾ ਆਪਾਂ ਮਦਰ ਟੰਗ ਨੂੰ। ਪਰ ਇਹ ਤਾਂ ਇੱਕ ਹੋਰ ਜੇ ਆਪਾਂ
ਮਦਰ ਟੰਗ ਨੂੰ ਚਾਹੁੰਦੇ ਹਾਂ ਕਿ ਉਹਦੀ ਪ੍ਰਮੋਸ਼ਨ ਹੋਵੇ ਜੀ। ਅਸੀਂ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਭਾਸ਼ਾ ਉਹ ਜਾਣੀ ਪਹਿਚਾਣੀ ਜਾਵੇ ਜੀ ਬਿਲਕੁਲ ਬਿਲਕੁਲ ਆਪਾਂ ਸਾਰੇ ਇਹੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ। ਪਰ ਨਾਲ ਸਾਨੂੰ ਇਹ ਵੀ ਕਰਨਾ ਪਊਗਾ, ਜਿਹੜੀਆਂ ਸਰਕਾਰਾਂ ਆ ਜੀ ਇਕੱਲੀ ਸਕੂਲਾਂ 'ਚ ਪੰਜਾਬੀ ਨੂੰ ਫੋਰਸ ਕਰਤਾ ਇਹ ਕਾਫੀ ਨਹੀਂ ਹੈ। ਜੀ ਜੀ ਪੰਜਾਬੀ ਦੇ ਨਾਲ ਜੁੜੀਆਂ ਜਿਹੜੀ ਹਿਸਟਰੀ ਆ, ਜੀ ਕਿਸੇ ਬੰਦੇ ਨੇ ਹਿਸਟਰੀ ਪੜ੍ਹਨੀ ਹੈ ਤਾਂ ਉਹਨੂੰ ਅੰਗਰੇਜ਼ੀ ਪੜ੍ਹਨੀ ਪਊਗੀ, ਪੰਜਾਬੀ ਦੀ ਹਿਸਟਰੀ ਨਹੀਂ। ਬਿਲਕੁਲ ਬਿਲਕੁਲ। ਹਿੰਦੀ ਥੋੜੀ ਬਹੁਤ ਮਿਲ ਜਾਂਦੀ ਹੈ, ਲੇਕਿਨ ਪੰਜਾਬੀ 'ਚ ਹਲੇ ਤੱਕ ਕੋਈ ਸਕਾਲਰ ਬਹੁਤ ਵੱਡਾ ਨਹੀਂ ਹੋਇਆ। ਜੀ ਪੰਜਾਬੀ ਸਭ ਤੋਂ ਪਹਿਲਾਂ ਬਹੁਤ ਪੜ੍ਹਨ ਵਾਲੇ ਹੋਏ ਆ। ਜੀ 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 ਮੇਰੇ ਖਿਆਲ ਤੁਸੀਂ 10 ਬੰਦੇ ਨਹੀਂ ਕਹਿ ਸਕਦੇ ਜਿਹੜੀ ਪੰਜਾਬੀ 'ਚ ਨਾਮਵਰ ਹੋਣ। ਬਿਲਕੁਲ ਸਹੀ ਗੱਲ ਤੁਹਾਡੀ। ਕੀ ਹੋਇਆ, ਕਿਉਂ ਨਹੀਂ ਹੋਏ? ਮੈਂ ਜਿੱਦਾਂ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਵੱਡੇ ਭਾਜੀ ਵੀ ਉਹਦੇ ਵਿੱਚ ਸਾਡੀਆਂ ਵੀ ਕਮੀਆਂ ਰਹੀਆਂ, ਕੁਝ ਸਾਡੀਆਂ ਵੀ ਕਮੀਆਂ ਰਹੀਆਂ ਕਿ ਅਸੀਂ ਸ਼ੁਰੂ ਤੋਂ ਹੀ ਜਿਹੜਾ ਉਹ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਕਿ ਸਾਡੀ ਮਾਂ ਬੋਲੀ ਸ਼ੁਰੂ ਤੋਂ ਨਾ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਆਪਾਂ ਜਦੋਂ ਸਕੂਲਾਂ 'ਚ ਬੱਚੇ ਨੂੰ ਪਾਉਂਦੇ ਆ ਤੇ ਆਪਾਂ 10 ਜਣਿਆਂ ਕੋਲ ਐਡਵਾਈਸ ਲੈਂਦੇ ਆ ਜੀ ਇਹ ਸਕੂਲ ਕਿਹੜਾ, ਇਹ ਜੀ ਚਾਈਨੀਜ਼ ਆ, ਇਹ ਡਿਪ ਸਕੂਲ ਆ, ਇਹ ਚਾਈਨੀਜ਼ ਆ, ਇਹ ਕਨਵੈਂਟ ਸਕੂਲ ਆ, ਇਹ ਫਲਾਣਾ ਮੀਡੀਅਮ ਸਕੂਲ ਆ। ਤੇ ਸਾਡੀ ਕੋਸ਼ਿਸ਼ ਇਹੋ ਹੀ ਹੁੰਦੀ ਆ ਕਿ ਅਸੀਂ ਬੱਚੇ ਨੂੰ ਇਹੋ ਜਿਹੇ ਸਕੂਲ 'ਚ ਪਾਈਏ ਜਿੱਥੇ ਬੱਚਾ ਸਾਡਾ ਫਰਾਟੇ ਵਾਂਗੂ ਅੰਗਰੇਜ਼ੀ ਬੋਲੇ। ਜਿਹੜਾ ਆਪਾਂ ਇਹ ਕਾਫੀ ਬਹੁਤ ਲੰਬਾ ਚੌੜਾ ਸਬਜੈਕਟ ਹੈ, ਇੱਥੇ ਆਪਾਂ ਕਈ ਘੰਟੇ ਗੱਲ ਹੋ ਸਕਦੀ ਹੈ। ਬਿਲਕੁਲ ਸਹੀ ਗੱਲ ਤੁਹਾਡੀ। ਆਪਾਂ ਇੱਥੇ 5 ਮਿੰਟ ਹੋਰ ਗੱਲ ਕਰਨੀ ਹੈ, ਬਸ ਥੋੜਾ ਸ਼ਿਫਟ ਕੋਈ ਨਾ ਕੋਈ। ਮੈਂ ਵੀ ਤੁਹਾਡੇ ਵਾਂਗੂ ਜੀ ਚਾਹਵਾਨ ਆ ਕਿ ਪੰਜਾਬੀ ਦੀ ਪ੍ਰਮੋਸ਼ਨ ਹੋਣੀ ਚਾਹੀਦੀ ਆ। ਪਰ ਜਿਹੜੇ ਮੈਂ ਗੱਲਾਂ ਕਰ ਇਸ ਕਰਕੇ ਕਹਿੰਦੇ ਆਪਾਂ ਕੋਈ ਇਹਦਾ ਰਾਹ ਕੱਢਦੇ ਆ। ਜੀ ਗੱਲਬਾਤ ਕਰਨ ਦਾ ਮਤਲਬ ਇਹ ਹੈ ਕਿ ਰਾਹ ਕੱਢੀਏ। ਬਿਲਕੁਲ ਬਿਲਕੁਲ। ਜਿਹੜੇ ਮੈਂ ਸਵਾਲ ਕਰਦਾ ਉਹ ਤੁਹਾਨੂੰ ਨਹੀਂ ਕਰਦਾ, ਮੈਂ ਆਪਣੇ ਆਪ ਨੂੰ ਵੀ ਕਰਦਾ, ਜਿਹੜੇ ਸੁਣ ਰਹੇ ਉਹਨਾਂ ਨੂੰ ਵੀ ਕਰਦਾ। ਬਿਲਕੁਲ ਸਹੀ ਗੱਲ ਤੁਹਾਡੀ। ਤੇ ਜਿਹੜੀ ਪੰਜਾਬੀ ਭਾਸ਼ਾ ਆ, ਕੋਈ ਬੰਦਾ ਪੜ੍ਹ ਜਾਂਦਾ ਉਹਨੂੰ ਨੌਕਰੀ ਨਹੀਂ ਮਿਲਦੀ ਜੀ, ਪਰ ਜੇ ਕਿਸੇ ਨੂੰ ਅੰਗਰੇਜ਼ੀ ਆਉਂਦੀ ਆ ਜੀ ਉਹਦੇ ਕੋਲ ਜੌਬ ਲੱਭਣ ਲਈ ਇੱਕ ਤਰ੍ਹਾਂ ਦਾ ਇੱਕ ਵਧੀਆ ਟੂਲ ਬਣ ਜਾਂਦਾ। ਜੀ ਜੀ। ਉਹ ਕਿਸੇ ਵੀ ਹਿੱਸੇ ਵਿੱਚ ਜਾ ਕੇ, ਦੁਨੀਆ ਤੱਕ ਕਿਤੇ ਵੀ ਜਾ ਕੇ ਉਹ ਨੌਕਰੀ ਕਰ ਸਕਦਾ। ਜੀ ਇੱਕ ਤਾਂ ਇਹ ਗੱਲ ਹੋ ਗਈ। ਦੂਸਰੀ ਗੱਲ ਇਹ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਆ, ਜੀ ਜੇ ਤੋਂ ਕੋ ਸਾਡੇ ਮੁਲਕ 'ਚ ਕਾਸਟ ਸਿਸਟਮ ਹੈ, ਜਾਤ ਪਾਤ ਦਾ ਜਿਹੜਾ ਚੱਕਰ ਆ, ਇਹ ਬਹੁਤ ਵੱਡਾ ਰੋਲ ਪਲੇ ਕਰ ਰਿਹਾ। ਹਜੇ ਖਤਮ ਨਹੀਂ ਹੋਇਆ। ਇਹ ਖਤਮ ਨਹੀਂ ਹੋਇਆ, ਇਹ ਵੱਧਦਾ ਜਾ ਰਿਹਾ। ਵੱਧਦਾ ਜਾ ਰਿਹਾ। ਜਿਹਦੇ ਕੋਲ 4 ਪੈਸੇ ਆ ਉਹ ਕਹਿੰਦਾ ਜੀ ਮੈਂ ਨਿਆਣੇ ਆਪਣੇ ਇੱਥੇ ਨਹੀਂ ਪੜਾਉਣੇ। ਬਿਲਕੁਲ। ਉਹ ਕਹਿੰਦੇ ਆ ਕਿ ਵੀ ਇਹ ਜਿਹੜਾ ਸਕੂਲ ਆ ਇਹ ਦਰਿਆ ਖਾਣ ਵਾਲੇ ਦਾ ਸਕੂਲ ਜਾਂ ਜਾਣੀ ਉਹਨੂੰ ਲੋ ਲੈਵਲ ਦਾ, ਹਾਲਾਂਕਿ ਸਰਕਾਰ ਲੋ ਨਹੀਂ ਹੁੰਦੀ। ਬਿਲਕੁਲ ਸਹੀ ਗੱਲ ਤੁਹਾਡੀ। ਸਰਕਾਰੀ ਸਹੂਲਤ ਉੱਪਰ ਹੋਣਾ ਚਾਹੀਦਾ। ਜੀ ਜੀ ਜੀ। ਪਰ ਉਹਨੂੰ ਲੋ ਗਿਣਿਆ ਜਾਂਦਾ। ਬਿਲਕੁਲ ਸਹੀ। ਜਿਹੜਾ ਸਾਡਾ ਸਮਾਜ ਦਾ ਢਾਂਚਾ ਆ ਜੀ ਉਹਦੇ ਕਿਤੇ ਨਾ ਕਿਤੇ ਟੀਕਾ ਲਾਉਣ ਵਾਲਾ ਜ਼ਹਿਰ ਵਾਲਾ। ਬਿਲਕੁਲ ਸਹੀ ਗੱਲ ਤੁਹਾਡੀ। ਤਾਂ ਕਿ ਸਮਾਜ ਵਿੱਚ ਤਬਦੀਲੀ ਆਵੇ। ਬਿਲਕੁਲ। ਤੇ ਤੁਸੀਂ ਜਿਹੜੇ ਬੰਦੇ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਆਪਣੇ ਪੜ੍ਹਾਉਂਦੇ ਆ ਜੀ, ਉਹਨਾਂ ਨੂੰ ਕੀ ਕਹੋਗੇ? ਉਹ ਕੀ ਕਰ ਪ੍ਰਾਈਵੇਟ ਸਕੂਲਾਂ ਦੀ ਗੱਲ ਵੱਡੇ ਭਾਜੀ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਇਹ 'ਚ ਦੋ ਰਹਿਵਾਂ ਨਹੀਂ ਹੈਗੀਆਂ। ਤੁਸੀਂ ਕਿਸੇ ਵੀ ਅੰਗਰੇਜ਼ੀ ਮੀਡੀਅਮ ਵਾਲੇ ਬੱਚੇ ਨੂੰ ਪੁੱਛ ਲਓ ਕਿ ਕਾਕਾ ਮੈਨੂੰ ਆਪਣਾ ਨਾ ਟੈਲੀਫੋਨ ਨੰਬਰ ਲਿਖਾਈਆਂ, ਬੇਬੇ ਤੇਰੀ ਦਾ ਕੀ ਆ, ਤੇ ਉਹਨੇ ਕਹਿਣਾ ਜੀ ਲਿਖੋ ਜੀ 98172665, ਤੇ ਉਹ ਕਹੂਗਾ ਜੀ ਬੇਟਾ ਪੰਜਾਬੀ 'ਚ, ਉਹਦਾ ਮੈਨੂੰ ਪੰਜਾਬੀ 'ਚ ਨਹੀਂ ਬੋਲ ਸਕਦਾ ਮੈਂ, ਨਾ ਮੈਂ ਪੰਜਾਬੀ 'ਚ ਲਿਖ ਸਕਦਾ ਇਹਨੂੰ ਵੀ। ਇਸ ਤਰ੍ਹਾਂ ਦਾ ਦਿਨ ਬ ਦਿਨ ਸਾਨੂੰ, ਜਿੱਦਾਂ ਮੈਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਮੈਂ ਕਿਸੇ ਵੀ ਭਾਸ਼ਾ ਦੇ ਵਿਰੋਧ 'ਚ ਨਹੀਂ ਹੈਗਾ, ਪਰ ਦਿਨ ਬ ਦਿਨ ਇਹ ਘੁਣ ਸਾਨੂੰ ਲੱਗ ਰਿਹਾ ਕਿ ਸਾਡੀ ਜਿਹੜੀ ਆਉਣ ਵਾਲੀ ਜਿਹੜੀ ਪੀੜ੍ਹੀ ਆ, ਜੇ ਇੱਕ ਟੈਲੀਫੋਨ ਦਾ ਨੰਬਰ ਨਹੀਂ ਲਿਖਾ ਸਕਦੇ ਤੇ ਉਹ ਸਾਡਾ ਗਾਂਹ ਭਵਿੱਖ ਕੀ ਹੋਊਗਾ? ਆਪਣੇ ਸੰਧੂ ਸਾਹਿਬ ਦੱਸੋ ਬਈ ਇਹ ਜਿਹੜਾ ਮਸਲਾ ਆ ਜੀ, ਜਿੰਨੇ ਗੰਭੀਰ ਤੁਸੀਂ ਆ ਉਦੋਂ 10 ਗੁਣਾ ਗੰਭੀਰ ਮੈਂ ਆ। ਬਿਲਕੁਲ ਜੀ। ਸਾਨੂੰ ਇਹਦਾ ਕਰਨਾ ਕੀ ਚਾਹੀਦਾ, ਹੋਣਾ ਕੀ ਚਾਹੀਦਾ? ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਜੀ ਤਾਂ ਸਰਕਾਰੀ ਸਕੂਲਾਂ 'ਚ ਬੱਚੇ ਆਉਣੇ ਨਹੀਂ ਹੋਣੇ। ਇੱਕੋ ਇੱਕ ਕਿਰਾਇਆ ਜੀ, ਪ੍ਰਾਈਵੇਟ ਬੰਦ ਕਰ ਦੇਣ ਤਾਂ ਹੀ ਹੋਣਗੇ ਜੀ। ਜਾਂ ਕਿਸੇ ਇਦਾਂ ਕਰਨ ਬਈ ਜਿਹੜੀ ਪਹਿਲੇ 5 ਸਾਲ ਜੀ ਸਰਕਾਰੀ ਸਕੂਲਾਂ ਦੇ ਬੱਚੇ ਜੀ ਐਜੂਕੇਸ਼ਨ ਹੋ ਗਈ, ਬਾਹਰ ਨਹੀਂ ਹੋ ਸਕਦੀ ਜੀ। ਕਿਤੇ ਨਾ ਕਿਤੇ ਕੁਝ ਪਾਬੰਦੀ ਲਾਉਣੀ ਪਊਗੀ ਤਾਂ ਕਿ ਜਿਹੜੇ ਲੋਕ ਸਰਕਾਰੀ ਸਕੂਲਾਂ ਵੱਲ ਨੂੰ ਮੁੜਨ। ਜੀ। ਦੂਸਰੀ ਗੱਲ ਹੈ ਕਿ ਇਸ ਵੇਲੇ ਜਿਹੜੀ ਗਵਰਨਮੈਂਟ ਨੇ ਸਕੂਲ ਬਾਦਲ ਕਿਸੇ ਦਾ ਨਾਂ ਨਹੀਂ ਲੈਣਾ ਆਪਾਂ ਕਿਸੇ ਨੇ ਮਤਲਬ ਸਰਕਾਰਾਂ ਨੇ ਰਲ ਮਿਲ ਕੇ ਐਜੂਕੇਸ਼ਨ ਖਤਮ ਕਰਤੀ, ਟੀਚਰਾਂ ਦੀ ਜੌਬ ਜਿਹੜੀ ਉਹ ਖਤਰੇ 'ਚ ਪਾ ਦਿੱਤੀ। ਬਿਲਕੁਲ ਬਿਲਕੁਲ। ਪਹਿਲਾਂ ਤਾਂ ਟੀਚਰ ਰੱਖਣੇ ਪੈਣਗੇ ਜੀ, ਤਾਂ ਹੀ ਜਾ ਕੇ ਗੱਲ ਬਣੂ। ਪਰ ਬੱਚੇ ਕਿੱਦਾਂ ਮੋੜ ਕੇ ਲਿਆਵਾਂਗੇ ਆਪਾਂ ਉੱਧਰੋਂ? ਮੇਰੀ ਸੋਚ ਦੇ ਮੁਤਾਬਕ ਵੱਡੇ ਭਾਜੀ ਆਪਾਂ ਨੂੰ, ਜਾਂ ਤੁਸੀਂ ਇਹਦਾ ਹੱਲ ਦੱਸੋ, ਤੁਸੀਂ ਕੀ ਸੋਚਦੇ ਕੀ ਹੋਣਾ ਚਾਹੀਦਾ? ਸਕੂਲ ਬੰਦ ਕਰਨੇ ਜਾਂ ਸਕੂਲਾਂ ਨੂੰ ਨਵੇਂ ਬਣਾਉਣ ਵਾਲੀ ਗੱਲ, ਜੇ ਮੈਂ ਆਪਣਾ ਪੱਖ ਰੱਖਾਂ ਤੇ ਮੇਰੇ ਹਿਸਾਬ ਨਾਲ ਜੇ ਸਰਕਾਰਾਂ ਪ੍ਰਾਈਵੇਟ ਸਕੂਲਾਂ ਵਿੱਚ ਵੀ ਜਿਹੜੀ ਪੰਜਾਬੀ ਉਹ ਕੰਪਲਸਰੀ ਕਰ ਦੇਣ ਕਿ 10ਵੀਂ ਤੱਕ ਜਿਹੜੀ ਆ ਪੰਜਾਬੀ ਦਾ ਸਬਜੈਕਟ ਹਰ ਇੱਕ ਸਕੂਲ ਪੜਾਊਗਾ ਤੇ ਉਹ ਵੀ 100 ਦੇ ਵਿੱਚੋਂ ਜੇ ਆਪਾਂ ਕਹੀਏ ਤੇ 95% ਉਪਰਾਲਾ ਬਹੁਤ ਵਧੀਆ ਹੋਊਗਾ।
ਤੇ ਸਕੂਲ ਤੇ ਬੰਦ ਹੋਣੇ ਨਹੀਂ ਜੀ। ਤੇ ਜੇ ਸਰਕਾਰਾਂ ਵਾਲੇ ਬੰਨੇ ਲੈ ਜਾਈਏ ਤੇ ਇੰਨਾ ਸਰਕਾਰਾਂ ਨਹੀਂ ਕਰ ਸਕਦੀਆਂ ਕਿ ਸਕੂਲਾਂ ਦੀ ਜਿਹੜੀ ਬਹੁਤ ਵਧੀਆ ਉਹਦਾ ਜਿਹੜਾ ਲੈਵਲ ਉਹਦਾ ਤਾਂ ਚੁੱਕ ਲੈਣ। ਪਹਿਲਾਂ ਸੀ, ਹਾਂਜੀ ਪਹਿਲਾਂ ਸੀ, ਤੇ ਪਹਿਲਾਂ ਹੈਗਾ ਸੀ। ਪਰ ਮੈਂ ਤੁਹਾਨੂੰ ਆਪਣੇ ਫਾਦਰ ਸਾਹਿਬ ਦੀ ਗੱਲ ਦੱਸਦਾ ਜੀ। ਮੇਰੇ ਫਾਦਰ ਸਾਹਿਬ ਨੇ ਜਦੋਂ ਮੈਟ੍ਰਿਕ ਕੀਤੀ ਜੀ ਤੇ ਉਹਨਾਂ ਨੇ ਦੱਸਣਾ ਕਿ ਅੱਜ ਕੱਲ੍ਹ ਦੀ ਜਿਹੜੀ ਸਾਡੀ ਉਸ ਟਾਈਮ ਦੀ ਮੈਟ੍ਰਿਕ ਆ ਤੇ ਤੁਹਾਡੀ ਇਸ ਟਾਈਮ ਦੀ PhD ਦੇ ਬਰਾਬਰ ਆ। ਕਦੇ ਉਹਦੇ ਨਾਲੋਂ ਜ਼ਿਆਦਾ ਉਦੋਂ ਪੜ੍ਹਾਈ ਸਖਤ ਸੀ ਤੇ ਜਿਹੜੇ ਟੀਚਰ ਵੀ ਉਦੋਂ ਜਿਹੜੇ ਹੁੰਦੇ ਸੀ ਉਹਨਾਂ ਅੰਦਰ ਵੀ ਬੜੀ ਟੀਚਰਾਂ ਨੇ ਡੰਡਿਆਂ ਨਾਲ ਕੁੱਟ ਲੈਣਾ, ਮਾਰ ਲੈਣਾ ਤੇ ਕਿਸੇ ਘਰ ਵਾਲੇ ਦੀ ਹਿੰਮਤ ਨਹੀਂ ਹੁੰਦੀ ਕਿ ਜਾ ਕੇ ਪੁੱਛ ਲੈਣ ਵੀ ਤੂੰ ਸਾਡੇ ਮੁੰਡੇ ਨੂੰ ਕੁੱਟਿਆ ਕਿਉਂ। ਹੁਣ ਤੇ ਟੀਚਰ ਮਾੜਾ ਜਿਹਾ ਬੱਚੇ ਨੂੰ ਕਵੇ ਜਾਂ ਕਲਾਸ ਦੇ ਵਿੱਚ ਖੜਾ ਕਰਦੇ ਤੇ ਅਗਲੇ ਦਿਨ ਹੀ ਫੋਨ ਆ ਜਾਂਦੇ ਤੁਸੀਂ ਮੇਰੇ ਮੁੰਡੇ ਨੂੰ ਖਿਲਾਰ ਛੱਡਿਆ। ਟੀਚਰ ਵੀ ਉਦਾਂ ਦੇ ਬਣ ਗਏ। ਇਹ ਇੱਕ ਸਬਜੈਕਟ ਆਪਾਂ ਜਿਹੜਾ ਕਵਰ ਕੀਤਾ ਇੱਥੇ ਮੈਂ ਚਾਹੁੰਦਾ ਕਿ ਤੁਸੀਂ ਭਾਵੇਂ 2 ਮਿੰਟ ਲਾ ਕੇ ਜੀ ਕਨਕਲੂਜਨ ਕੱਢੋ ਵੀ ਤੁਹਾਡੇ ਮੁਤਾਬਕ ਕੀ ਕੀਤਾ ਜਾਵੇ ਜੀ ਤਾਂ ਕਿ ਐਜੂਕੇਸ਼ਨ ਸਾਰਿਆਂ ਨੂੰ ਬਰਾਬਰ ਮਿਲੇ ਜੀ, ਕੋਈ ਪਿੱਛੇ ਨਾ ਰਹੇ ਜੀ ਔਰ ਮਿਲੇ ਜ਼ਰੂਰ। ਜੀ ਕੀ ਕਰਨਾ ਚਾਹੋਗੇ ਤੁਸੀਂ? ਕਰਨਾ ਤੇ ਵੇਖੋ ਜੀ, ਜੇ ਤੇ ਹੁਣ ਆਪਾਂ ਜਾਂ ਤੁਸੀਂ ਜੇ ਇਹ ਗੱਲ ਨੂੰ ਕਹੀਏ ਵੀ ਅਸੀਂ ਇਹ ਉਪਰਾਲਾ ਕਰ ਲਈਏ, ਇਹ ਤੇ ਸਰਕਾਰਾਂ ਨਾਲ ਮੱਥਾ ਲਾਉਣਾ ਥੋੜਾ ਜਿਹਾ ਔਖਾ। ਇਹ ਸਰਕਾਰਾਂ ਹੀ ਜੇ ਚਾਹਣ, ਸਾਡੇ ਜਿਹੜੇ ਹੁਕਮਰਾਨ ਆ ਉਹ ਚਾਹਣ ਤੇ ਕੀ ਕੁਛ ਨਹੀਂ ਹੋ ਸਕਦਾ, ਸਭ ਕੁਛ ਹੋ ਸਕਦਾ। ਸਰਕਾਰਾਂ ਨੂੰ ਕੌਣ ਕਹੂਗਾ? ਸਰਕਾਰਾਂ ਨੂੰ ਕਹਿਣਾ ਵੀ ਆਪਾਂ ਜੀ। ਬਸ ਠੀਕ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਸਰਕਾਰਾਂ ਨੂੰ ਕਹਿ ਸਕਦੇ ਹਾਂ। ਮੈਂ ਤਾਂ ਜਿੱਦਾਂ ਤੁਹਾਨੂੰ ਦੱਸਿਆ ਵੀ ਅਸੀਂ 1 ਨਵੰਬਰ ਨੂੰ ਕਾਲਾ ਦਿਵਸ ਮਨਾਉਂਦੇ ਹਾਂ। ਬਹੁਤ ਹੀ ਸ਼ਾਂਤੀ ਢੰਗ ਦੇ ਨਾਲ ਅਸੀਂ ਜਿਹੜਾ ਮਾਰਚ ਆਪਣਾ ਰੋਮਾ ਹੋਟਲ ਤੱਕ ਕੱਢਦੇ ਹਾਂ, ਸ਼ਾਂਤੀਪੂਰਵਕ, ਜਿਹਦੇ ਵਿੱਚ PTC ਚੈਨਲ ਦੇ ਚੀਫ ਬਿਊਰੋ ਜਿਹੜੇ ਆ ਭਾਜੀ ਤਰਲੋਚਨ ਹੁਣ ਤੇ ਉਹ ਛੱਡ ਚੁੱਕੇ ਆ, ਉਹ ਵੀ ਅਗਵਾਈ ਕਰਦੇ ਆ, ਪਾਤਰ ਜੀ ਅਗਵਾਈ ਕਰਦੇ ਆ, ਬਲਕਾਰ ਸਿੰਘ ਸਿੱਧੂ ਜੀ ਅਗਵਾਈ ਕਰਦੇ ਆ, ਗੁਰਦਰਸ਼ਨ ਸਿੰਘ ਮਾਵੀ ਜੀ ਅਗਵਾਈ ਕਰਦੇ ਆ, ਸੇਵੀ ਰੈਤ ਜਿਹੜੇ ਚੰਗੇ ਚੰਗੇ ਅਹੁਦੇਦਾਰ ਬੰਦੇ ਜਿਹੜੇ ਆ ਉਹ ਅਗਵਾਈ ਕਰਦੇ ਆ। ਤੇ ਠੀਕ ਹੈ ਕਿ ਸੁਣੀ ਗਈ, ਉਹਨਾਂ ਨੇ ਕਹਿ ਦਿੱਤਾ ਜੀ 10ਵੀਂ ਤੱਕ ਅਸੀਂ ਜਿਹੜੀ ਪੰਜਾਬੀ ਕੰਪਲਸਰੀ ਕਰਾਂਗੇ। ਅੱਛਾ, ਜਿਹੜੀ ਚੰਨੀ ਸਾਹਿਬ ਦੀ ਗੱਲ ਹੈਗੀ ਆ, ਆਪਾਂ ਸਿਆਸਤ ਵਿੱਚ ਨਹੀਂ ਜਾਣਾ ਚਾਹੀਦਾ, ਪਰ ਆਪਾਂ ਕੋਈ ਐਜੂਕੇਸ਼ਨ ਦੀ ਗੱਲ ਕਰਦੇ ਆ। ਬਿਲਕੁਲ। ਜਿਹੜੇ ਸਕੂਲਾਂ ਦੀ ਐਜੂਕੇਸ਼ਨ ਕਿਉਂਕਿ ਅਸਲੇ ਟੀਚਰ ਉਹ ਵੀ ਪ੍ਰੋਟੈਸਟ ਕਰ ਰਿਹਾ ਜੀ, ਜਿਹੜੀਆਂ ਜੌਬਾਂ ਹੈਗੀਆਂ ਉਹ ਨਹੀਂ ਹੈ ਜੀ। ਜਿਹੜਾ ਟੀਚਰ ਹੈਗਾ ਉਹ ਆਪ ਘਰ ਬੈਠਾ ਉੱਤੇ ਹੋਰ 5000 ਦੇ ਕੇ ਘੱਲੀ ਜਾਂਦਾ, ਆਪ ਹੋਰ ਵੀ ਕੰਮ ਕਰੀ ਜਾਂਦਾ, ਪੈਸੇ ਵੀ ਪ੍ਰਾਈਵੇਟ ਅਦਾਰਾ ਹੋ ਰਿਹਾ ਸਾਰਾ ਹੀ। ਹਾਂਜੀ, ਸਭ ਕੁਝ ਹੋ ਗਿਆ। ਗੱਲ ਮੈਂ ਕਿ ਇੱਥੇ ਗੱਲ ਮੈਂ ਜ਼ਰੂਰ ਚਾਹੁੰਦਾ ਕਿ ਜੇ ਐਜੂਕੇਸ਼ਨ ਜਿਹੜੇ ਜਿਨ੍ਹਾਂ ਬੰਦਿਆਂ ਨੂੰ ਇਨਕਮ ਹੈਗੀ ਆ ਉਹਨਾਂ ਦੇ ਬੱਚੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਉਹ ਪੜ੍ਹੀ ਜਾ ਰਹੇ ਆ। ਬਿਲਕੁਲ। ਉਹਨਾਂ ਨੂੰ ਪੰਜਾਬੀ ਪੜ੍ਹਾਉਣ ਜੋ ਮਰਜ਼ੀ ਪੜ੍ਹਾ ਲਓ, ਪੜ੍ਹ ਲੈਣਗੇ। ਮੈਂ ਗੱਲ ਕਰਦਾ ਜਿਹੜਾ ਤਬਕਾ, ਜਿਹੜਾ ਸਮਾਜ ਸਦੀਆਂ ਤੋਂ ਪਿੱਛੇ ਧੱਕਿਆ ਗਿਆ, ਉਹਨਾਂ ਹੋਰ ਧੱਕਿਆ ਜਾ ਰਿਹਾ, ਉਹਨਾਂ ਦੀ ਐਜੂਕੇਸ਼ਨ ਬਾਰੇ, ਉਹਨਾਂ ਦੀ ਪੜ੍ਹਾਈ ਬਾਰੇ ਉਹਨਾਂ ਨੂੰ ਅਗਾਂਹ ਤੋਰਨ ਵਾਸਤੇ ਕੀ ਉਪਰਾਲਾ ਹੋਣਾ ਚਾਹੀਦਾ ਐਜੂਕੇਸ਼ਨ ਦੇ ਫੀਲਡ ਵਿੱਚ? ਐਜੂਕੇਸ਼ਨ ਦੇ ਫੀਲਡ ਵਿੱਚ ਵੇਖੋ, ਕਿਉਂਕਿ ਇੱਕ ਬਹੁਤ ਗੈਪ ਹੋਇਆ, ਬਹੁਤ ਵੱਡਾ ਪਾੜਾ ਹੈ ਜੀ, ਜਿਹਨੂੰ ਮੈਂ ਕਲੋਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਨੇੜੇ ਹੋਣਾ ਚਾਹੀਦਾ। ਐਜੂਕੇਸ਼ਨ ਜੇ ਸਕੂਲਾਂ ਵਿੱਚ ਹੋਊਗੀ ਉਹਨਾਂ ਦਾ ਉਹਨਾਂ ਬੱਚਿਆਂ ਦਾ ਕੀ ਹੋਊਗਾ ਫਿਰ? ਜੇ ਕਿਉਂਕਿ ਜੇ ਪ੍ਰਾਈਵੇਟ ਉਹ ਕਹਿੰਦੇ ਵੀ ਤੁਸੀਂ ਪੰਜਾਬੀ ਕੰਪਲਸਰੀ ਕਰ ਦਿਓ, ਜਿਹੜੇ ਪਿੱਛੇ ਉਹ ਤਾਂ ਫਿਰ ਪਿੱਛੇ ਰਹਿ ਗਏ ਜੀ, ਉਹਨਾਂ ਨੂੰ ਵੀ ਨਾਲ ਤੋੜਨਾ ਆਪਾਂ। ਜੀ ਜੀ ਜੀ, ਮਤਲਬ ਸਰਕਾਰ ਮੈਨੂੰ ਤਾਂ ਇੱਕ ਕੋਈ ਰਾਹ ਰੱਖਦਾ ਵੀ ਜਿਹੜੀ ਪ੍ਰਾਈਵੇਟ ਜਿੱਥੇ ਹੈਗੀ ਆ ਗੱਲ ਉਹਨੂੰ ਥੋੜ੍ਹਾ ਜਿਹਾ ਕੰਟਰੋਲ ਕਰਕੇ ਜੀ, ਜਾਂ ਪਹਿਲੇ 5 ਸਾਲ ਕਰ ਲਓ ਵੀ ਉਹ ਜਾਣ ਸਰਕਾਰੀ ਸਕੂਲਾਂ 'ਚ, 10ਵੀਂ ਤੋਂ ਬਾਅਦ ਜੋ ਮਰਜ਼ੀ ਕਰ ਲੈਣ। ਇਹ ਤੁਹਾਡੀ ਗੱਲ ਉਹ ਫਿਰ ਉਹ ਰਾਜਨੀਤੀ ਵਾਲੀ ਗੱਲ ਆ ਜਾਂਦੀ ਹੈ। ਜਿਹੜੇ ਪ੍ਰਾਈਵੇਟ ਸਕੂਲ ਆ ਉਹ ਸਕੂਲ ਨਹੀਂ ਰਹਿ ਗਏ, ਉਹ ਇੱਕ ਮਾਫੀਆ ਬਣ ਚੁੱਕੇ ਆ। ਠੀਕ ਹੈ, ਉਹ ਇੱਕ ਮਾਫੀਆ ਬਣ ਗਏ ਆ ਕਿ ਸਾਡੇ ਲੋਕ ਵੀ ਯੂਜ਼ਡ ਹੋ ਚੁੱਕੇ ਆ ਕਿ ਅਸੀਂ ਵੀ ਜਿੱਦਾਂ ਪਹਿਲਾਂ ਆਪਾਂ ਜ਼ਿਕਰ ਕੀਤਾ ਇਸ ਗੱਲ ਦਾ ਵੀ ਆਪਾਂ ਇੱਕ ਸਟੈਂਡਰਡ ਲੈਵਲ ਬਣਾ ਲਿਆ ਕਿ ਮੇਰਾ ਬੱਚਾ ਇਸ ਸਕੂਲ 'ਚ ਪੜ੍ਹਦਾ ਵਾ, ਤੇ ਉਹ ਹੁਣ ਪ੍ਰਾਈਵੇਟ ਸਕੂਲ ਨਹੀਂ, ਉਹ ਇੱਕ ਮਾਫੀਆ ਵਾ, ਜਿਹਦੇ ਵਿੱਚ ਵੇਖੋ ਜੀ ਜਿੱਥੇ ਸਰਕਾਰੀ ਸਕੂਲ ਦੇ ਵਿੱਚ ਅਸੀਂ 300 ਜਾਂ 400 ਰੁਪਇਆ ਫੀਸ ਦਿੰਦੇ ਹਾਂ, ਤੇ ਪ੍ਰਾਈਵੇਟ ਸਕੂਲਾਂ 'ਚ 4-4, 5-5 ਹਜ਼ਾਰ ਰੁਪਇਆ ਫੀਸ ਵੀ ਅਸੀਂ ਦਿੰਦੇ ਹਾਂ। ਠੀਕ। ਤੇ ਪਰ ਇਹ ਸਕੂਲਾਂ ਨੂੰ ਇਹ ਕੌਣ ਸ਼ਹਿ ਦੇ ਰਿਹਾ ਜੀ? ਫਿਰ ਉਹ ਗੱਲ ਕਰੀਏ ਕਿ ਸਰਕਾਰਾਂ ਸ਼ਹਿ ਦੇ ਰਹੀਆਂ ਵਾ। ਜੇ ਇਹਨਾਂ ਨੂੰ ਬੰਦ ਕਰਨਾ ਚਾਹਣ ਤੇ ਇਹ ਰਾਤੋਂ ਰਾਤ ਬੰਦ ਕਰ ਸਕਦੇ ਪ੍ਰਾਈਵੇਟ ਸਕੂਲ, ਪਰ ਉਹਨਾਂ ਨੂੰ ਵੀ ਗੱਫੇ ਆਉਂਦੇ ਆ ਜੀ, ਉਹ ਆਂਦੇ ਚੱਲਣ ਦਿਓ ਜਿੱਦਾਂ ਚੱਲਦਾ ਵਾ। ਗੱਲ ਬੜੀ ਫੇਰ ਸੰਗੀਨ ਹੋਈ, ਆਪਾਂ ਕਰਪਸ਼ਨ ਤੇ ਆ ਜਾਂਦੇ। ਹਾਂਜੀ, ਕਰਪਸ਼ਨ ਤੇ ਆ ਜਾਂਦੇ ਆ। ਤੇ ਉਹ ਗੱਲ ਘੁਮਾ ਕੇ ਜਿੱਦਾਂ ਸਿਆਣੇ ਆਂਦੇ ਆ ਜੀ, ਤੂੰ ਪੌਂਦੀਆਂ ਵਾਲੇ ਬੰਨੇ ਸੌਂ ਜਾ ਜਾਂ ਸਰਾਣੇ ਵਾਲੇ ਬੰਨੇ ਸੌਂ ਜਾ, ਆਂਦੇ ਵੀ ਲੱਕ ਤੇਰਾ ਵਿਚਕਾਰ ਹੀ ਆਉਣਾ ਵਾ। ਉਹ ਘੁਮਾ ਕੇ ਸਾਡਾ ਜਿਹੜਾ ਵਾ ਸਾਡਾ ਸਿਸਟਮ ਤੇ ਗੱਲ ਆ ਜਾਂਦੀ ਆ ਵੀ ਜਦੋਂ ਜਿੰਨਾ ਚਿਰ ਸਾਡਾ ਸਿਸਟਮ ਨਹੀਂ ਸੁਧਰਦਾ ਉਹਨਾਂ ਚਿਰ ਕੱਲਾ ਬੰਦਾ ਜੇ ਕਹੀਏ ਨਾਰਾ ਮਾਰ ਲੇ ਤੇ ਕੱਲੇ ਬੰਦੇ ਨੂੰ ਨਾਰਾ ਵੱਜਣ ਨਹੀਂ ਦੇਣਾ ਸਰਕਾਰਾਂ ਨੇ, ਕੱਲੇ ਬੰਦੇ ਨੂੰ ਦੱਬ ਲੈਂਦੇ। ਪ੍ਰਵੀਨ ਸੰਧੂ ਜੀ, ਇਸ ਕੰਮ ਲਈ ਆਪਾਂ ਜਿਹੜੀ ਵਿਚਾਰ ਚੱਲਦੀ ਹੈ, ਤੁਸੀਂ ਐਜ਼ ਏ ਪ੍ਰਵੀਨ ਸਿੰਘ ਸੰਧੂ ਕੀ ਰੋਲ ਪਲੇ ਕਰ ਰਹੇ ਹੋ? ਮੇਰਾ ਜਿੱਦਾਂ ਵੱਡੇ ਭਾਜੀ
ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਵੀ ਜੰਗਲ 'ਚ ਅੱਗ ਲੱਗ ਗਈ ਤੇ ਉਹ ਚਿੜੀ ਜਿਹੜੀ ਆ ਚੁੰਝ ਨਾਲ ਪਾਣੀ ਪਾਉਂਦੀ ਆ। ਠੀਕ ਹੈ। ਤੇ ਉਹ ਚਿੜੀ ਨੂੰ ਪੁੱਛਦਾ ਕੋਈ ਵੀ ਇਹ ਤੇਰੀ ਅੱਗ ਬੁਝਾ ਦੂੰਗੀ ਤੂੰ ਜੰਗਲ ਵਾਲੀ ਅੱਗ? ਤੇ ਚਿੜੀ ਦਾ ਜਵਾਬ ਇਹੋ ਹੀ ਵੀ ਜਦੋਂ ਇਤਿਹਾਸ ਵਿੱਚ ਕੋਈ ਗੱਲ ਹੋਊਗਾ ਤੇ ਮੇਰਾ ਨਾਮ ਇਤਿਹਾਸ 'ਚ ਬੋਲਿਆ ਜਾਊਗਾ ਕਿ ਇਹਦੀਆਂ ਵੀ ਦੋ ਚੁੰਝਾਂ ਸੀ। ਤੇ ਆਪਾਂ ਉਹ ਉਪਰਾਲਾ ਕਰ ਰਹੇ ਹਾਂ, ਸੋਚ ਮਨ 'ਚ ਰੱਖੀ ਆ ਵੀ ਨਹੀਂ ਅਸੀਂ ਜਿੱਤਾਂਗੇ। ਬਿਲਕੁਲ। ਉਹ ਮੇਰੇ ਵੱਲੋਂ ਉਪਰਾਲਾ ਜਿਹੜੀ ਮੇਰੀ ਜਿਹੜੀ ਸੁਸਾਇਟੀ ਆ PS ਆਰਟ ਐਂਡ ਕਲਚਰ ਸੁਸਾਇਟੀ, ਜਿਹੜੀ ਮੈਂ ਕਲਚਰ ਨੂੰ ਪ੍ਰਮੋਟ ਕਰਦਾ, ਉਹਦੇ ਵਿੱਚ ਮੈਂ ਵੀ ਉਹ ਚੁੰਝਾਂ ਆਪਣੀਆਂ ਲਗਾਤਾਰ ਕੰਟੀਨਿਊਜ਼ ਲਗਾਤਾਰ ਪਾ ਰਿਹਾ ਵਾਂ ਕਿ ਕਿਤੇ ਨਾ ਕਿਤੇ ਜਿਹੜੇ ਆ ਸਾਡੇ ਸਮਾਜ ਨੂੰ ਜਦੋਂ ਠੋਕਰ ਵੱਜੂਗੀ ਜਾਂ ਸਾਡੀਆਂ ਸਰਕਾਰੇ ਦਰਬਾਰੇ ਸੁਣੀਆਂ ਜਾਣਗੀਆਂ ਤਾਂ ਉਦੋਂ ਸਾਡਾ ਵੀ ਜ਼ਿਕਰ ਹੋਊਗਾ ਵੀ ਨਹੀਂ ਪਈ ਇਹਨਾਂ ਦਾ ਵੀ ਰੋਲ ਰਿਹਾ। ਚਲੋ ਇਹ ਤਾਂ ਆਪਾਂ ਭਾਸ਼ਾ ਦੇ ਬਾਰੇ ਗੱਲ ਸੀ, ਕਿਉਂਕਿ ਇਹ ਇਦਾਂ ਦੀ ਇੱਕ ਗੱਲਬਾਤ ਹੈਗੀ ਹੈ ਕਿੰਨੇ ਘੰਟੇ ਕਰ ਜਿੰਨੀ ਲੰਮੀ ਲੈ ਜਾਓ ਇਹ ਮੁੱਕਣੀ ਨਹੀਂ ਜੀ। ਚਲੋ ਹੁਣ ਆਪਾਂ ਇਹਨੂੰ ਇੱਕ ਪਾਸੇ ਕਰ ਲੈਂਦੇ ਹਾਂ ਜੀ ਵੀ ਸਾਨੂੰ ਸਾਰਿਆਂ ਰਲ ਕੇ ਪੰਜਾਬੀ ਮਾਂ ਬੋਲੀ ਲਈ ਸਾਨੂੰ ਉਪਰਾਲਾ ਕਰਨਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ, ਬਿਲਕੁਲ ਕਰਨਾ ਚਾਹੀਦਾ, ਬਹੁਤ ਜ਼ਰੂਰੀ ਹੈ ਜੀ ਜੀ। ਇਹਦਾ ਇੱਕ ਉਪਰਾਲਾ ਇਹ ਆ ਕਿ ਲੋਕਾਂ ਨੂੰ ਪੜ੍ਹਨ ਲਈ, ਪੰਜਾਬੀ ਕਿਤਾਬਾਂ ਪੜ੍ਹਨ ਲਈ ਜੀ, ਅਖਬਾਰਾਂ ਪੜ੍ਹਨ ਲਈ ਸਾਨੂੰ ਉਤਸ਼ਾਹਿਤ ਕਰਨਾ ਚਾਹੀਦਾ ਜੀ। ਕਿਉਂਕਿ ਪੰਜਾਬੀ ਦੇ ਵਿੱਚ ਜਾਂ ਪੰਜਾਬੀਆਂ ਵਿੱਚ ਇਹ ਇੱਕ ਘਾਟ ਆ ਕਿ ਅਸੀਂ ਪੜ੍ਹ ਕੇ ਵੀ ਪੰਜਾਬੀ ਨਹੀਂ ਪੜ੍ਹਦੇ। ਜੀ 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 ਜੀ। ਕਿਤਾਬਾਂ ਨਹੀਂ ਪੜ੍ਹਦੇ। ਇਹ ਜਿਹੜੇ ਪੰਜਾਬੀ ਦੇ ਰਾਈਟਰ ਹੈਗੇ ਉਹਨਾਂ ਦਾ ਆਮ ਕਹਿਣਾ ਕਿ ਪੰਜਾਬੀ ਦੀ ਕਿਤਾਬ ਕੋਈ ਖਰੀਦਦਾ ਨਹੀਂ। ਅਖਬਾਰ ਵੀ ਅਸੀਂ ਕਹਿੰਦੇ ਇੱਕ ਵਰਕਾ ਮੈਨੂੰ ਫੜਾ ਦੇ, ਜਿੱਦਾਂ ਅਸੀਂ ਪੜ੍ਹਦੇ ਹਾਂ, ਜੇ ਪੜ੍ਹੀਏ ਵੀ। ਬਿਲਕੁਲ ਬਿਲਕੁਲ ਬਿਲਕੁਲ। ਤੇ ਹੁਣ ਆਪਾਂ ਗੱਲ ਨੂੰ ਅੱਗੇ ਤੋੜਦੇ ਹਾਂ ਜੀ। ਇਹ ਤਾਂ ਇੱਕ ਗੱਲ ਹੋ ਗਈ। ਦੂਜੀ ਗੱਲ ਹੈ ਕਿ ਤੁਸੀਂ ਰਾਈਟਰ ਵੀ ਹੋ ਜੀ, ਤੁਸੀਂ ਇੰਨੇ ਸੰਗੀਨ ਕੰਮ ਦੇ ਵਿੱਚੋਂ ਟਾਈਮ ਪਹਿਲਾਂ ਤਾਂ ਕਿੱਦਾਂ ਕੱਢਿਆ ਕਿਤਾਬ ਲਿਖਣ ਦਾ? ਜਿਹੜੀ ਤੁਸੀਂ ਕਿਤਾਬ ਲਿਖੀ ਆ ਜੀ, ਇਹਦੇ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਜੀ। ਆਹ ਕਿਤਾਬ ਇਹਨਾਂ ਨੇ ਲਿਖੀ ਆ ਮਾਂ ਦਾ ਪੁਨਰ ਜਨਮ, ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਕਿਸੇ ਵੀ ਭਾਸ਼ਾ ਦੇ ਵਿੱਚ ਇੱਕ ਸੋਚ ਆ ਕਿ ਸਦੀਆਂ ਤੋਂ ਲੈ ਕੇ ਜਦੋਂ ਵੀ ਕਿਸੇ ਨੇ ਮਾਂ ਦੀ ਗੱਲ ਕੀਤੀ ਜਾਂ ਧੀ ਦੀ ਕੀਤੀ ਜਾਂ ਭੈਣ ਦੀ ਕੀਤੀ, ਉਹਨੂੰ ਪ੍ਰਚਲਤਾ ਮਿਲੀ ਆ, ਉਹਨੂੰ ਸਹਿਲਾਇਆ ਗਿਆ। ਬਿਲਕੁਲ। ਕਿਉਂਕਿ ਔਰਤ ਜ਼ਾਤ ਨੇ ਬਹੁਤ ਤਕਲੀਫਾਂ ਝੱਲੀਆਂ। ਬਿਲਕੁਲ। ਸਾਰੇ ਸਮਾਜਾਂ 'ਚ। ਬਿਲਕੁਲ ਸਹੀ ਗੱਲ। ਤੁਸੀਂ ਇਹ ਕਿਤਾਬ ਲਿਖੀ ਪਹਿਲਾਂ, ਸਭ ਤੋਂ ਪਹਿਲਾਂ ਅਗਰ ਔਰਤ ਜ਼ਾਤ ਨੂੰ ਮਾਣ ਦੇਣ ਦੀ ਗੱਲ ਕੀਤੀ ਤਾਂ ਉਹ ਬਹੁਤ ਧਰਮ ਚਾਹੀ। ਬਿਲਕੁਲ। ਉਦੋਂ ਬਾਅਦ ਫਿਰ ਬਾਬੇ ਨਾਨਕ ਦੀ ਗੱਲ ਆ ਗਈ। ਬਿਲਕੁਲ। ਫਿਰ ਉਦੋਂ ਬਾਅਦ 'ਚ ਆਪਾਂ ਕਰ ਸਕਦੇ ਹਾਂ ਸ਼ਿਵ ਕੌਰ ਬਟਾਲਵੀ ਹੋ ਗਿਆ, ਮਨਮੋਹਨ ਸਿੰਘ ਹੋ ਗਿਆ, ਬਾਕੀ ਜਿਹਨੇ ਵੀ ਮਾਂ ਦੀ ਗੱਲ ਕੀਤੀ, ਮਾਂ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ, ਉਹਨੂੰ ਲੋਕਾਂ ਨੇ ਸਹਿਲਾਇਆ, ਉਹਨੂੰ ਮਾਣ ਪ੍ਰਾਪਤ ਹੋਇਆ। ਤੁਸੀਂ ਵੀ ਮਾਂ ਦੇ ਪੁਨਰ ਜਨਮ ਲਈ ਗੱਲ ਕੀਤੀ ਆ, ਕਿੱਦਾਂ ਵਿਚਾਰ ਬਣਿਆ ਤੁਹਾਡਾ? ਮਾਂ ਦਾ ਪੁਨਰ ਜਨਮ ਜਿਹੜੀ ਮੈਂ ਕਿਤਾਬ ਲਿਖੀ ਆ ਵੱਡੇ ਭਾਜੀ, ਉਹ ਜਿੱਦਾਂ ਇੱਕ ਗੱਲ ਆ ਕਿ ਨਿੱਕੇ ਹੁੰਦੇ ਸੀ ਨਾ, ਆਪਾਂ ਆਂਦੇ ਹੁੰਦੇ ਸੀ, ਆਂਦੇ ਨਿੱਕੇ ਹੁੰਦੇ ਆਂਦੇ ਸੀ ਮਾਂ ਮੇਰੀ ਆ, ਮਾਂ ਮੇਰੀ ਆ, ਤੇ ਵੱਡੇ ਹੋ ਕੇ ਕਹਿਣ ਲੱਗੇ ਮਾਂ ਤੇਰੀ ਆ, ਮਾਂ ਤੇਰੀ ਆ। ਕੀ ਬਾਤ। ਤੇ ਇਹ ਮੇਰਾ ਜਿਹੜਾ ਮੇਰੀ ਮਾਤਾ ਦਵਿੰਦਰ ਕੌਰ ਸੰਧੂ, ਇਹਨਾਂ ਦੀ ਬਾਈਪਾਸ ਸਰਜਰੀ ਹੋਈ ਆ ਕੋਵਿਡ ਦੇ ਦਰਮਿਆਨ, ਇਹ ਬਿਮਾਰ ਰਹੇ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਠੀਕ ਹੈ। ਉਹ ਡਾਕਟਰਾਂ ਦੇ ਵੀ ਲੈ ਜਾਓ ਹੁਣ ਸੇਵਾ ਕਰ ਲਓ ਤੁਸੀਂ ਇਹਦੀ ਘਰ ਜਾ ਕੇ, ਇਹ ਸਾਡੇ ਵੱਲੋਂ ਖਤਮ ਆ। ਤੋ ਜਦੋਂ ਵੱਡੇ ਭਾਜੀ ਕਿਸੇ ਮਾਂ ਦੇ ਪੁੱਤ ਨੂੰ ਇਹ ਗੱਲ ਕਹੀ ਜਾਵੇ ਕਿ ਇਹਨੂੰ ਹੁਣ ਮਾਂ ਨੂੰ ਤੂੰ ਲੈ ਜਾ ਘਰੇ, ਖਤਮ ਆ, ਤੇ ਇਹ ਤੇ ਉਹ ਜਾਂ ਰੱਬ ਜਾਂ ਉਹ ਫਿਰ ਪੁੱਤ ਜਾਣਦਾ ਕੀ ਬਣਦਾ। ਕਿਉਂਕਿ ਜਿੰਨੇ ਸਾਨੂੰ ਗਿੱਲਿਓਂ ਸੁੱਕੇ ਕੀਤਾ ਹੋਵੇ ਜੀ, ਤੇ ਉਹ ਮਨ ਦੇ ਵਿੱਚ ਸਾਰੀ ਰੀਲ ਚੱਲਣ ਡੈ ਪੈਂਦੀ ਆ ਕਿ ਮਾਂ ਨੇ ਕਿਸ ਤਰ੍ਹਾਂ ਮੇਰੇ ਨਾਲ ਕੀਤਾ ਸੀ। ਤੇ ਇਹ ਪਰਮੇਸ਼ਰ ਨੇ, ਸਤਿਗੁਰ ਨੇ, ਅਕਾਲ ਪੁਰਖ ਨੇ ਲਾ ਲਓ ਵੀ ਕੋਈ ਚੰਬਾ ਕੀਤਾ ਕਿ ਉਹ ਡਾਕਟਰ ਨੇ ਇਹ ਗੱਲ ਮੈਨੂੰ ਕਹਿ ਦਿੱਤੀ ਵੀ ਤੁਸੀਂ ਮਾਂ ਦੇ ਲਾਗੇ ਜੇ 10-15 ਮਿੰਟ ਬਹਿ ਕੇ ਕੋਈ ਪੁਰਾਣੀਆਂ ਗੱਲਾਂ ਛੇੜੀ ਜਾਓ, ਬਚਪਨ ਦੀਆਂ, ਮਾਂ ਦੇ ਵਿਆਹ ਦੀਆਂ ਗੱਲਾਂ, ਤੇ ਖੋਰੇ ਕਿਤੇ ਕੋਈ ਨਾ ਕੋਈ ਮਾਤਾ ਕਿਤੇ ਅੱਖ ਖੋਲ ਲੈ ਜਾਂ ਮਾੜਾ ਮੋਟਾ ਕਿਤੇ ਹੱਥ ਹੁੱਥ ਹਿਲਾ ਦੇ। ਮੈਂ ਲੈ ਕੇ ਸੱਚੇ ਪਾਤਸ਼ਾਹ ਦਾ ਨਾਂ ਡਾਕਟਰ ਨੂੰ ਕਹਿਤਾ ਵੀ ਤੁਸੀਂ ਮੈਨੂੰ ਅੱਧਾ ਘੰਟਾ ਜਿਹੜਾ ICU ਦੇ ਵਿੱਚ ਦੇ ਦਿਆ ਕਰੋ। ਤੇ ਮੈਂ ਉਹ ਬੈੱਡ ਦਾ ਉਹ ਜਿਹੜਾ ਫੋਲਡ ਜਿਹਾ ਕਰ ਦਿੰਦੇ ਬੈੱਡ, ਉਹ ਮੈਂ ਫੋਲਡ ਨਹੀਂ ਕਰਨਾ, ਸਿੱਧਾ ਰਹਿਣ ਦਿੰਦਾ, ਮੈਂ ਪਿੱਛੇ ਬਹਿ ਜਾਣਾ, ਢੋ ਮੈਂ ਆਪਣੀ ਛਾਤੀ ਨਾਲ ਮਾਂ ਦੀ ਲਾ ਲੈਣੀ। ਠੀਕ। ਤੇ ਗੱਲਾਂ ਕਰਦੇ ਰਹਿਣਾ। ਉਹ ਮੇਰੇ 5-7-10 ਦਿਨ ਇੱਦਾਂ ਲੰਘੇ ਤੇ ਮਾਂ ਨੇ ਥੋੜ੍ਹੀ ਜਿਹੀ ਮੂਵਮੈਂਟਸ ਕਰਨੀ ਚਾਲੂ ਕਰ ਦਿੱਤੀ ਬੋਡੀ ਦੀ। ਵਾਹ ਕੀ ਬਾਤ ਹੈ। ਤੇ ਗੱਲਾਂ ਸੁਣਾਉਣੀਆਂ, ਹਾਸੇ ਵਾਲੀਆਂ ਗੱਲਾਂ ਕਰਦੇ ਰਹਿਣਾ। ਤੇ ਉਹ ਲਗਭਗ ਵੱਡੇ ਭਾਜੀ 15-20 ਦਿਨਾਂ ਬਾਅਦ ਮਾਂ ਦੀ ਜਿਹੜੀ ਆ ਨਾ, ਜਿਹੜੀ ਡਾਕਟਰ ਨੇ ਕਹਿਤਾ ਸੀ ਡੈਡ ਆ, ਤੇ ਡਾਕਟਰਾਂ ਦਾ ਨਹੀਂ ਜੀ ਹੁਣ ਤੁਹਾਡੀ ਮਾਂ 35% ਵਾਪਸ ਮੁੜ ਆਈ ਆ। ਤੇ ਉਹ ਜਿੱਦਾਂ ਕਹਿ ਦਈਏ ਵੀ ਦੁਆ ਵੀ ਕੰਮ ਕਰਦੀ ਆ, ਦੁਆ ਵੀ ਕੰਮ ਕਰਦੀ ਆ।
ਤੇ ਉਹ ਜਦੋਂ ਗੱਲ ਤੇ ਬੜੀ ਲੰਮੀ ਆ ਜੀ, ਮੈਂ ਪ੍ਰੋਗਰਾਮ ਦੇ ਮੁਤਾਬਕ ਸ਼ਾਰਟ ਕਰਦਾ ਥੋੜ੍ਹੀ ਜਿਹੀ ਵੀ ਉਹ ਮਾਂ ਠੀਕ ਹੋ ਗਈ। ਤੇ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਮੈਂ ਕਿਤਾਬ ਲਿਖਾਂ ਕਿ ਮਾਂ ਦਾ ਜਨਮ ਦੁਬਾਰਾ ਕਿੱਦਾਂ ਹੋਇਆ। ਉਹ ਫਿਰ ਮੈਂ ਲਿਖਿਆ ਕਿ ਮਾਂ ਦਾ ਜਿਹੜਾ ਪੁਨਰ ਜਨਮ ਆ, ਇਹਦੇ ਵਿੱਚ ਮੈਂ 10 ਟੌਪਿਕ ਲਿਖੇ ਆ। ਤੇ ਮੈਂ ਆਪਣੇ ਸਰੋਤਿਆਂ ਨੂੰ ਜ਼ਰੂਰ ਇਹ ਗੱਲ ਕਹਾਂਗਾ ਕਿ ਜਿਹੜੇ ਮਾਂ ਨਾਲ ਪਿਆਰ ਕਰਦੇ ਆ ਉਹ ਕਿਤਾਬ ਇਹ ਜ਼ਰੂਰ ਪੜ੍ਹਨਗੇ। ਇਹ ਕਿਤਾਬ ਜਿਹੜੀ ਆ ਔਨਲਾਈਨ ਵੀ ਮਿਲ ਜਾਂਦੀ ਆ, ਤੇ ਮੇਰੇ ਹਿਸਾਬ ਨਾਲ ਇਹ ਕਿਤਾਬ ਪੜ੍ਹਨੀ ਚਾਹੀਦੀ ਸਾਰਿਆਂ ਨੂੰ। ਇਹਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਆ ਮੈਂ, ਬਹੁਤ ਸੇਧਾਂ ਦੇਣ ਲਈ ਕਿ ਜਿਹੜੀ ਮਾਂ ਵਾ ਸਾਡੇ ਵਾਸਤੇ ਕੀ ਬਲਿਦਾਨ ਕਰਦੀ ਆ, ਤੇ ਜਿਹੜੇ ਧੀਆਂ ਪੁੱਤੇ ਹੁੰਦੇ ਆ ਉਹਨਾਂ ਨੂੰ ਫੀਡਬੈਕ ਮਾਂ ਦੀ ਕੀ ਦੇਣੀ ਚਾਹੀਦੀ ਆ। ਪ੍ਰਵੀਨ ਸੰਧੂ ਸਾਹਿਬ, ਮੈਂ ਹੋਰ ਵੀ ਗੱਲ ਜ਼ਿਕਰ ਕਰਨਾ ਚਾਹੁੰਦਾ ਕਿਤਾਬ ਦੇ ਬਾਰੇ 'ਚ। ਇੱਕ ਤਾਂ ਕਿਤਾਬ ਇਸ ਕਰਕੇ ਪੜ੍ਹਨੀ ਚਾਹੀਦੀ ਆ ਕਿ ਹਰ ਇੱਕ ਇਨਸਾਨ ਨੂੰ ਮਾਂ ਚਾਹੀਦੀ ਆ। ਹਰ ਇੱਕ ਇਨਸਾਨ ਮਾਂ ਨੂੰ ਮੁਹੱਬਤ ਕਰਦਾ ਜੀ। ਦੂਜੀ ਗੱਲ ਇਹ ਹੈ ਕਿ ਪੰਜਾਬੀ ਦੇ ਰਾਈਟਰ ਉਲਾਂਭਾ ਦਿੰਦੇ ਆ ਕਿ ਪੰਜਾਬੀ ਲੋਕ ਪੰਜਾਬੀ ਨਹੀਂ ਪੜ੍ਹਦੇ। ਜੀ 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 ਅਸੀਂ ਵੀ ਗੱਲ ਪਹਿਲਾਂ ਕਰਕੇ ਹਟੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਪੜ੍ਹਨਾ ਚਾਹੀਦਾ, ਪੜ੍ਹਨ ਕੇ ਤਾਂ ਹੀ ਜੇ ਗੌਰਮੈਂਟ ਪੜ੍ਹਾਊਗੀ ਤਾਂ। ਤੇ ਪੜ੍ਹਿਆ ਲਿਖਿਆ ਨੂੰ ਖਾਸ ਤੌਰ 'ਤੇ ਇਹ ਜ਼ਰੂਰ ਆ ਕਿ ਵੀ ਉਹ ਕੋਈ ਨਾ ਕੋਈ ਕਿਤਾਬ ਪੜ੍ਹਨ। ਇੱਕ ਤਾਂ ਤੁਸੀਂ ਆਪਣੇ ਜਿਹੜੀ ਤੁਹਾਡੀ ਭਾਸ਼ਾ ਉਹਨੂੰ ਤੁਸੀਂ ਪ੍ਰਮੋਟ ਕਰਦੇ ਆ, ਦੂਜੀ ਗੱਲ ਤੁਹਾਨੂੰ ਜਾਣਕਾਰੀ ਮਿਲਦੀ ਹੈ, ਜਿਹੜੇ ਹੋਰ ਰਾਈਟਰ ਆਉਣ ਵਾਲੇ ਰਾਈਟਰ ਆ ਉਹਨਾਂ ਨੂੰ ਇਨਕਰੇਜਮੈਂਟ ਮਿਲਦੀ ਹੈ ਕਿ ਕਿਤਾਬ ਪੜ੍ਹੀ ਜਾ ਰਹੀ ਆ। ਤੇ ਮਾਂ ਤੋਂ ਵੱਧ ਕੋਈ ਕਿਸੇ ਇਨਸਾਨ ਦੇ ਵੀ ਨੇੜੇ ਨਹੀਂ ਹੁੰਦਾ। ਬਿਲਕੁਲ ਜੀ। ਸਭ ਤੋਂ ਵੱਧ ਮਾਂ ਦਾ ਦਰਜਾ ਹੁੰਦਾ, ਬਾਪ ਦਾ ਵੀ ਉਨਾ ਹੀ ਹੁੰਦਾ, ਲੇਕਿਨ ਮਾਂ ਨੂੰ ਇਸ ਕਰਕੇ ਪਹਿਲਾਂ ਕਹਿੰਦੇ ਕਿਉਂਕਿ ਮਾਂ ਨੇ ਬਹੁਤ ਸਫ਼ਰ ਕੀਤਾ। ਬਿਲਕੁਲ। ਜਿਹੜੀ ਮਾਂ ਆ, ਜਦੋਂ ਉਹ ਭੈਣ ਸੀ ਜੀ ਉਦੋਂ ਭਰਾਵਾਂ ਦਾ ਰੂਪ ਸੀ। ਹਾਂਜੀ ਹਾਂਜੀ ਬਿਲਕੁਲ ਜੀ, ਭਰਾਵਾਂ ਦਾ ਰੂਪ ਸੀ। ਜਦੋਂ ਉਹ ਬੱਚੀ ਸੀ ਉਦੋਂ ਪਿਓ ਦਾ ਰੂਪ ਸੀ। ਬਿਲਕੁਲ ਜੀ। ਤੇ ਜਦੋਂ ਉਹ ਵਿਆਹ ਹੁੰਦਾ ਫਿਰ ਉਹਦੇ ਹਸਬੈਂਡ ਦਾ ਰੂਪ ਰਹਿੰਦਾ। ਬਿਲਕੁਲ ਜੀ ਬਿਲਕੁਲ। ਤੇ ਉਹ ਜੇ ਹਸਬੈਂਡ ਤੋਂ ਥੋੜੇ ਇੱਕ ਪਾਸੇ ਨੇ ਹੁੰਦੀ ਹੈ ਤੇ ਫਿਰ ਬੱਚਿਆਂ ਦਾ ਰੂਪ ਹੋ ਜਾਂਦਾ। ਉਹਦੀ ਸਾਰੀ ਜ਼ਿੰਦਗੀ ਅੰਡਰ ਪ੍ਰੈਸ਼ਰ ਨਿਕਲ ਜਾਂਦੀ ਹੈ। ਇਸ ਕਰਕੇ ਮਾਂ ਨੂੰ ਮੁਹੱਬਤ ਜਿਹੜੇ ਕਰਦੇ ਲੇਕਿਨ ਸ਼ੋਅ ਘੱਟ ਕਰਦੇ ਆ। ਬਿਲਕੁਲ ਜੀ। ਇਸ ਕਰਕੇ ਜਿਹੜੀ ਇਹ ਕਿਤਾਬ ਆ ਇਹਨੂੰ ਇੰਨਾ ਪੜ੍ਹੋ ਕਿ ਬਈ ਕਿਤਾਬ ਕਹੇ ਵੀ ਤੁਹਾਡਾ ਧੰਨਵਾਦ ਜੀ। ਤੇ ਬਹੁਤ ਨਾਂ ਤੁਸੀਂ ਬਹੁਤ ਵਧੀਆ ਲਿਖਿਆ ਕਿਤਾਬ। ਹਾਂਜੀ, ਇਹ ਐਮਾਜ਼ੋਨ ਤੇ ਵੀ ਅਵੇਲੇਬਲ ਹੈ ਜੀ, ਜਿਹੜੇ ਕੋਈ ਇੰਟਰਸਟ ਲੈ ਸਕਦੇ ਆ ਆਨਲਾਈਨ ਜੀ। ਤੇ ਇਹ ਤੁਸੀਂ ਜਿਹੜਾ ਤੁਸੀਂ ਕਿਤਾਬ ਲਿਖਣ ਦਾ ਕਾਰਨ ਦੱਸਿਆ ਉਹ ਵੀ ਬਹੁਤ ਮਾਇਨੇ ਰੱਖਦਾ ਆਪਣੇ ਆਪ ਵਿੱਚ। ਬਹੁਤ ਗੱਲ ਸੁਣ ਕੇ ਬੰਦੇ ਦੀ ਅੱਖਾਂ 'ਚ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ। ਮਾਂ ਜੀ ਨੂੰ ਸਾਡੇ ਵੱਲੋਂ ਵੀ ਬਹੁਤ ਬਹੁਤ ਨਮਸਕਾਰ। ਬਹੁਤ ਹਾਂਜੀ ਧੰਨਵਾਦ ਤੁਹਾਡਾ ਜੀ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਤੁਹਾਡਾ PS ਆਰਟਸ ਐਂਡ ਕਲਚਰ ਸੁਸਾਇਟੀ ਹੈਗੀ ਆ, ਇਹ ਜਿਹੜੀ ਸੰਸਥਾ ਆ ਇਹ ਕੀ ਆ, ਕੀ ਕਰਦੀ ਆ, ਕੀ ਮਕਸਦ ਦਾ? ਵੱਡੇ ਭਾਜੀ, ਇਹ ਜਿਹੜੀ PS ਆਰਟ ਐਂਡ ਕਲਚਰ ਸੁਸਾਇਟੀ ਆ, ਇਹਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੀ ਮੈਂ ਐਕਟੀਵਿਟੀਜ਼ ਕਰਾਂ ਉਹ ਮੇਰੇ ਕਲਚਰ ਨੂੰ ਸੇਧ ਦੇਣ ਵਾਲੀ ਹੋਵੇ। ਠੀਕ ਹੈ। ਮੇਰਾ ਇਹ ਉਪਰਾਲਾ ਹੁੰਦਾ ਕਿ ਮਹੀਨੇ ਦੇ ਵਿੱਚ ਮੈਂ ਇੱਕ ਨਾਟਕ ਜਿਹੜਾ ਉਹ ਜ਼ਰੂਰ ਕਰਾਵਾਂ ਜਿਹੜਾ ਜਾਤਾਂ ਪਾਤਾਂ ਨੂੰ ਕੰਡਮ ਕਰੇ। ਪਿੱਛੇ ਮੈਂ 3 ਤਰੀਕ ਨੂੰ ਕਰਾ ਕੇ ਆਇਆ, ਜਦੋਂ ਹੁਣ ਮੈਂ ਆਇਆ, ਤੇ ਉਹਦੇ ਵਿੱਚ ਥੋੜ੍ਹੀ ਜਿਹੀ ਮੈਂ ਸਟੋਰੀ ਤੁਹਾਡੇ ਨਾਲ ਸ਼ਾਰਟਲੀ ਸਾਂਝੀ ਕਰਦਾ ਕਿ ਇੱਕ ਸਾਂਸੀ ਹੁੰਦਾ ਤੇ ਉਹ ਕਿਸੇ ਆਪਣੇ ਸਰਦਾਰ ਦੇ ਹੀ ਉਹ ਬਹੁਤ ਆਓ ਭਾਓ ਦੇਖਭਾਲ ਕਰਦਾ ਹੁੰਦਾ। ਸਰਦਾਰ ਨੇ ਲਾਏ ਹੋਏ ਕੱਪੜੇ ਵੀ ਉਹਨੇ ਪਾ ਲੈਣੇ, ਉਹਨੇ ਕਹਿਣਾ ਨਹੀਂ ਮੇਰੇ ਲਈ ਮੇਰਾ ਸਰਦਾਰ ਹੀ ਆ। ਜਦੋਂ ਉਹਦਾ ਮੁੰਡਾ ਸਾਂਸੀ ਦਾ ਪੜ੍ਹ ਕੇ ਇੱਕ ਅਫਸਰ ਲੱਗ ਜਾਂਦਾ, ਉਹ ਆਪਣੇ ਮੁੰਡੇ ਨੂੰ ਆਂਦਾ ਕਿ ਕਾਕਾ ਤੂੰ ਭਾਵੇਂ ਅਫਸਰ ਬਣ ਗਿਆ, ਮੈਂ ਦਿਹਾੜੀਆਂ ਨਹੀਂ ਛੱਡਣੀਆਂ। ਮੁੰਡਾ ਆਂਦਾ ਨਹੀਂ ਪਾਪਾ, ਵੀ ਮੇਰੇ ਕਰਕੇ ਥੋੜ੍ਹਾ ਜਿਹਾ ਤੂੰ ਧਿਆਨ ਦੇ, ਮੇਰਾ ਇੱਕ ਰੁਤਬਾ ਬਣ ਗਿਆ, ਤੂੰ ਇਹਨੂੰ ਥੋੜ੍ਹਾ ਜਿਹਾ ਛੱਡ ਦੇ। ਜਦੋਂ ਉਸ ਜ਼ਿਮੀਂਦਾਰ ਨੂੰ ਕਿਹਾ ਜਾਂਦਾ ਕਿ ਅੱਜ ਮੇਰੇ ਮੁੰਡੇ ਦਾ ਜਨਮ ਦਿਨ ਆ ਤੇ ਤੂੰ ਜ਼ਰੂਰ ਆਈ, ਤੇ ਉਹ ਗਾੜੀਓਂ ਇਹ ਗੱਲ ਕਹਿ ਦਿੰਦਾ, ਆਂਦਾ ਮੈਂ ਸਾਂਸੀਆਂ ਦੇ ਘਰ ਜਾ ਕੇ ਰੋਟੀ ਖਾਣੀ ਆ। ਫਿਰ ਉਹਦੇ ਪਿਓ ਨੂੰ ਇਹ ਗੱਲ ਦਾ ਧੱਕਾ ਲੱਗਦਾ ਕਿ ਅੱਜ ਮੇਰਾ ਮੁੰਡੇ ਦਾ ਰੁਤਬਾ ਕੀ ਆ, ਮੇਰਾ ਮੁੰਡਾ ਇੱਕ ਅਫਸਰ ਆ ਤੇ ਮੇਰੇ ਸਰਦਾਰ ਨੇ ਇਹ ਗੱਲ ਕਹਿਤੀ ਕਿ ਮੈਂ ਇਹਨਾਂ ਸਾਂਸੀਆਂ ਘਰ ਜਾ ਕੇ ਰੋਟੀ ਖਾਵਾਂ। ਹਜੇ ਵੀ ਵੱਡੇ ਭਾਜੀ ਜਿਹੜੀਆਂ ਜਾਤਾਂ ਪਾਤਾਂ, ਜੇ ਅਸੀਂ ਕਹੀਏ ਅਸੀਂ ਪੜ੍ਹ ਲਿਆ, ਅਸੀਂ ਅਫਸਰ ਲੱਗ ਗਏ ਆ ਤੇ ਇਹ ਚੀਜ਼ਾਂ ਖਤਮ ਕਰ ਲਈਆਂ। ਅੱਜ ਦੀ ਡੇਟ ਵਿੱਚ ਜੇ ਅਸੀਂ ਵਿਆਹ ਵੀ ਕਰਨੇ ਆ, ਮਾਫੀ ਚਾਹੁੰਦਾ ਮੈਂ ਗੱਲ ਦੀ, ਜੇ ਅਸੀਂ ਇੰਗਲੈਂਡ ਦੇ ਵਿੱਚ ਵੀ ਬੈਠੇ ਆ ਐਡਵਾਂਸ ਧਰਤੀ ਉੱਤੇ, ਤੇ ਅੱਜ ਵੀ ਇਹ ਚੀਜ਼ ਸਮਝਦੇ ਜਦੋਂ ਮੁੰਡੇ ਦਾ ਵਿਆਹ ਕਰਨਾ ਜਾਂ ਕੁੜੀ ਦਾ ਕਰਨਾ, ਜੀ ਇਹਦੀ ਜਾਤ ਕੀ ਆ, ਇਹ ਕਿਹੜੀ ਜਾਤ ਨਾਲ ਸੰਬੰਧਿਤ ਕਰਦਾ, ਤੇ ਖਤਮ ਕਿੱਥੇ ਹੋਈਆਂ ਜਾਤਾਂ ਪਾਤਾਂ ਜੀ, ਇਹ ਤੇ ਉੱਦਾਂ ਸਟਿਲ ਖਲੋਤੀਆਂ ਜੀ। ਇੱਥੇ ਇੱਕ ਪ੍ਰੋਟੈਸਟ ਚੱਲਿਆ ਸੀਗਾ ਪਿਛਲੇ ਸਾਲ ਦੀ ਗੱਲ ਜੀ, ਬਈ ਇੱਥੇ
ਕਾਨੂੰਨ ਆ, ਜੀ ਤੁਸੀਂ ਕਿਸੇ ਨੂੰ ਕਾਲਾ ਕਹਿ ਕੇ ਜੌਬ ਤੋਂ ਇਨਕਾਰ ਨਹੀਂ ਕਰ ਸਕਦੇ। ਜੀ ਤੁਸੀਂ ਕਿਸੇ ਨੂੰ ਇਹ ਕਹਿ ਕੇ ਵੀ ਤੇਰੀ ਇੱਕ ਅੱਖ ਚੰਗੀ ਨਹੀਂ, ਤੈਨੂੰ ਕੰਮ ਤੇ ਰੱਖਣਾ, ਇਦਾਂ ਨਹੀਂ ਕਰ ਸਕਦੇ। ਜਿਹਨੂੰ ਪੰਜਾਬੀ 'ਚ ਕਹਿ ਦਈਏ ਵੀ ਕਹਾਣੀ ਆ, ਕਹਾਣੀਆਂ ਜਾਂ ਲੱਤੋਂ ਲੰਗਾ, ਜਾਨੀ ਕਿਸੇ ਵੀ ਅੰਗ ਤੁਹਾਡਾ ਅੰਗਹੀਣ ਹੋਵੋ ਜੀ, ਤੁਹਾਨੂੰ ਕੋਈ ਜੌਬ ਨੂੰ ਇਨਕਾਰ ਨਹੀਂ ਕਰ ਸਕਦਾ ਇਹ ਕਹਿ ਕੇ ਜੀ। ਉੱਦਾਂ ਤੁਸੀਂ ਕਾਬਲ ਨਹੀਂ, ਉਹ ਗੱਲ ਹੋਰ ਆ ਜੀ। ਇੱਥੇ ਲੋਕਾਂ ਨੇ ਇੱਕ ਬਿੱਲ ਪਾਸ ਕਰਾਇਆ ਕਿ ਵੀ ਬਿੱਲ ਪੇਸ਼ ਕੀਤਾ ਪਾਰਲੀਮੈਂਟ ਵਿੱਚ ਵੀ ਜਾਤ ਦੇ ਆਧਾਰ 'ਤੇ ਕਿਸੇ ਨੂੰ ਬੇਇੱਜ਼ਤ ਕਰਨਾ ਜਾਂ ਕਿਸੇ ਨੂੰ ਕੰਮ ਤੋਂ ਇਨਕਾਰ ਕਰ ਦੇਣਾ, ਇਹ ਵੀ ਇਹ 'ਚ ਸ਼ਾਮਲ ਕਰੋ। ਜੀ। ਜਿਹੜੇ ਸਿੱਖ ਜੀ ਔਰ ਹਿੰਦੂ ਸੰਸਥਾਵਾਂ ਨੇ ਮਿਲ ਕੇ ਜੀ ਉਹਦਾ ਵਿਰੋਧ ਕੀਤਾ ਜੀ, ਔਰ ਵਿਰੋਧ ਸਰਕਾਰਾਂ ਕੋਲ ਵੀ ਵਿਰੋਧ ਕਰਾਇਆ ਵੀ ਇਹ ਪਾਸ ਨਹੀਂ ਹੋਣਾ ਚਾਹੀਦਾ। ਨਹੀਂ, ਹਾਂਜੀ ਹਾਂਜੀ, ਜਿਹੜੇ ਅਸੀਂ ਇੱਥੇ ਕਹਿੰਦੇ ਅਸੀਂ ਬਹੁਤ ਐਡਵਾਂਸ ਹੋ ਗਏ ਜੀ 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 ਜੀ, ਇੱਥੇ ਜਾਤ ਪਾਤ ਦੇ ਹੱਕ ਵਿੱਚ ਫਤਵਾ ਦਿੱਤਾ ਲੋਕਾਂ ਨੇ ਜੀ। ਅਸੀਂ ਇੰਡੀਆ ਤਾਂ ਚਲੋ ਇੰਡੀਆ ਹਲੇ ਘੱਟ ਆ, ਇੱਥੇ ਜ਼ਿਆਦਾ ਆ ਜੀ। ਤੇ ਇਹਦੇ ਬਾਰੇ ਤੁਸੀਂ ਜੋ ਡਰਾਮੇ ਕਰਦੇ, ਡਰਾਮੇ ਨਾਲ ਤੁਹਾਡਾ ਤੁਸੀਂ ਇਹ ਸਮਝਦੇ ਕਿ ਡਰਾਮਾ ਜਿਹੜਾ ਸ਼ੋਅ ਕਰਨ ਲੋਕਾਂ ਨੂੰ ਸ਼ੋਅ ਕਰਨ ਜਾਣਾ, ਲੋਕਾਂ ਵਿੱਚ ਦੱਸਣਾ ਕਿ ਆਹ ਜਿਹੜਾ ਕਰੈਕਟਰ ਆ ਇਹਦਾ ਮਤਲਬ ਇਹ ਜਿਹੜਾ ਉਹਦਾ ਆਊਟਕਮ ਆ, ਤੁਸੀਂ ਸਮਝਦੇ ਕਿ ਲੋਕਾਂ ਤੇ ਇਹਦਾ ਅਸਰ ਹੋਊਗਾ? ਹੁੰਦਾ ਜੀ। ਅੱਛਾ, ਬਿਲਕੁਲ ਹੁੰਦਾ ਜੀ। ਮੇਰੇ ਜਦੋਂ ਵੀ ਹਰ ਮਹੀਨੇ ਮੈਂ ਕੋਈ ਵੀ ਡਰਾਮਾ ਕਰਾਉਂਦਾ ਵਾਂ ਤੇ ਮੇਰੀ ਜਿਹੜੀ ਗੈਲਰਿੰਗ ਆ ਪੂਰੀ ਫੁੱਲ ਹੋਈ ਹੁੰਦੀ ਆ। ਕਈ ਵਾਰੀ ਫਲੋ ਤੇ ਅਗਲੇ ਬੰਨੇ ਬਹਿ ਕੇ ਵੀ ਲੋਕ ਵਹਿੰਦੇ ਆ। ਲੋਕਾਂ ਵਿੱਚ ਵੱਡੇ ਭਾਜੀ ਹਜੇ ਵੀ ਉਹ ਜਿਹਨੂੰ ਕਹਿ ਦਈਏ ਵੀ ਰਸ, ਜਿਹਨੂੰ ਕਹਿ ਦਈਏ ਵੀ ਖਿੱਚ ਹੈਗੀ ਆ ਕਿ ਜਿਹੜਾ ਲਾਈਵ ਵੇਖਣਾ। ਮੈਂ ਤੇ ਸਾਰਿਆਂ ਨੂੰ ਇਹ ਗੱਲ ਆਉਂਦਾ ਵੀ ਕਿਤੇ ਵੀ ਤੁਹਾਨੂੰ ਕਿਤੇ ਮੌਕਾ ਮਿਲੇ ਲਾਈਵ ਵੇਖਣ ਦਾ ਡਰਾਮਾ ਤੇ ਪਲੀਜ਼ ਜ਼ਰੂਰ ਵੇਖਿਆ ਕਰੋ, ਕਿਉਂਕਿ ਲਾਈਵ ਦੇ ਵਿੱਚ ਕੋਈ ਰੀਟੇਕ ਨਹੀਂ ਹੁੰਦਾ ਤੇ ਸਾਨੂੰ ਜਿਹੜੇ ਉਹਦੀ ਡਾਇਲੋਗ, ਜਿਹੜੀ ਕੈਮਿਸਟਰੀ ਦੀ ਡਾਇਲੋਗ ਦੀ, ਉਹ ਜ਼ਿਆਦਾ ਮਜ਼ਾ ਆਉਂਦਾ। ਕਿਉਂਕਿ ਆਪਾਂ ਜਦੋਂ ਕੈਮਰੇ ਸਾਹਮਣੇ ਬਹਿੰਦੇ ਰੀਟੇਕ ਕਰ ਲੈਂਦੇ ਆ, ਨਹੀਂ ਜੀ ਦੁਬਾਰਾ ਸ਼ਾਟ ਲੈ ਲਾ, ਤੇ ਉਹਦਾ ਇੱਕ ਵੱਖਰਾ ਆਨੰਦ ਆ। ਅੱਛਾ, ਜਿਹੜੇ ਡਰਾਮੇ ਅੱਜ ਕੱਲ੍ਹ ਦੇ ਦੌਰ 'ਚ ਮੈਂ ਦੇਖਿਆ ਜਦੋਂ ਇੰਡੀਆ ਜਾਈਦਾ ਕੋਈ ਦਾ ਡਰਾਮਾ ਵਗੈਰਾ ਹੋਵੇ ਜੀ, ਤਾਂ ਉੱਥੇ ਜਿਹੜੇ ਨਫ਼ਰਤ ਕਰਨ ਵਾਲੀਆਂ ਸੁਸਾਇਟੀਆਂ ਆ ਜੀ, ਉਹ ਘੱਟ ਜਾਂਦੀਆਂ ਜਾਂ ਨਹੀਂ ਜਾਂਦੀਆਂ ਜੀ। ਆਮ ਤੌਰ 'ਤੇ ਜਿਹੜਾ ਗਰੀਬ ਤਬਕਾ ਆ ਜੀ, ਡਰਾਮੇ ਉਹ ਦੇਖਦੇ ਆ, ਕਿਉਂਕਿ ਉਹਨਾਂ ਦੇ ਬੱਚਿਆਂ ਵਿੱਚ ਜਿਹੜੀ ਸੋਚ ਜੀ ਹੋਣੀ ਚਾਹੀਦੀ ਆ, ਡਿਵੈਲਪਮੈਂਟ, ਉਹ ਨਹੀਂ ਹੋਣ ਦਿੱਤੀ ਜਾ ਰਹੀ। ਉਹਨਾਂ ਦਾ ਦੋਸ਼ ਨਹੀਂ ਹੈ, ਉਹਨਾਂ ਨੂੰ ਸਦੀਆਂ ਤੋਂ ਪਿੱਛੇ ਨੂੰ ਧੱਕੀ ਜਾ ਰਹੇ ਹੱਲੇ ਵੀ। ਬਿਲਕੁਲ। ਤਾਂ ਪੌੜੀ ਨਹੀਂ ਹੁੰਦੀ, ਬਿਲਕੁਲ ਪੌੜੀ ਤੇ ਤੁਸੀਂ ਚੜੋਗੇ, ਜਿਹੜਾ ਉੱਪਰ ਆ ਨਾ ਉਹਨੇ ਥੱਲੇ ਨੂੰ ਉੱਪਰ ਨਹੀਂ ਜਾਣ ਦੇਣਾ, ਕਿ ਜੇ ਉਹਨੂੰ ਜਾਂ ਉਹਨੂੰ ਹੱਥੇ ਮਾਰਨੀ ਆ ਜਾਂ ਸਿਰ 'ਚ ਮਾਰਨੀ ਆ। ਤਾਂ ਇਸ ਕਰਕੇ ਉਹ ਜਿਹੜਾ ਉਹਨਾਂ ਨੂੰ ਇਹ ਜਿਹੜੀ ਨਫ਼ਰਤ ਦਾ ਜਿਹੜਾ ਪਾਠ ਆ ਜ਼ਿਆਦਾ ਤੌਰ 'ਤੇ ਉਹਨਾਂ ਨੂੰ ਪੜ੍ਹਾਇਆ ਜਾਣਾ ਚਾਹੀਦਾ ਜਿਹੜੇ ਨਫ਼ਰਤ ਕਰਦੇ ਆ। ਜਿਹੜੇ ਸਫਰ ਕਰਦੇ ਆ ਉਹਨਾਂ ਕੋਲ ਚੋਇਸ ਕੋਈ ਨਹੀਂ। ਬਿਲਕੁਲ ਜੀ। ਤੁਸੀਂ ਉਹਨਾਂ ਤੱਕ ਇਹ ਡਰਾਮਾ ਕਿੱਦਾਂ ਪਹੁੰਚਾਉਂਦੇ ਆ ਜਿਹੜੇ ਨਫ਼ਰਤ ਕਰਨ ਵਾਲੀ ਸੁਸਾਇਟੀ ਆ? ਵੇਖੋ ਜੀ, ਕਿਸੇ ਸੰਤ ਮਹਾਤਮਾ ਨੇ ਇਹ ਗੱਲ ਕਹੀ ਹੈ ਕਿ ਪਤਾ ਨਹੀਂ, ਮੇਰਾ ਕੋਈ ਸਵਾਲ ਨਹੀਂ, ਬਿਲਕੁਲ ਵੱਡੇ ਭਾਜੀ ਤੁਹਾਡਾ ਸਵਾਲ ਬਿਲਕੁਲ ਸਹੀ ਆ। ਮੈਂ ਤੁਹਾਡੇ ਹਰ ਇੱਕ ਸਵਾਲ ਦੇ ਨਾਲ ਬਹੁਤ ਸਹਿਮਤ ਹਾਂ ਤੇ ਇਹ ਤੁਹਾਨੂੰ ਕਰਨੇ ਵੀ ਚਾਹੀਦੇ ਆ। ਇਹ ਕਿਸੇ ਸੰਤ ਮਹਾਤਮਾ ਨੇ ਇਹ ਗੱਲ ਕਹੀ ਆ ਕਿ ਜੇ ਅਸੀਂ ਕਿਸੇ ਨੂੰ ਸੁਧਾਰਨਾ ਨਾ ਤੇ ਆਪਣੇ ਆਪ ਦੀ ਇੱਕ ਚੰਗੀ ਉਦਾਹਰਨ ਬਣ ਕੇ ਵਿਖਾਓ। ਠੀਕ ਹੈ। ਜੇ ਅਸੀਂ ਆਪ ਚੰਗੇ ਹੋਵਾਂਗੇ ਨਾ ਤੇ ਅਗਲਾ ਸਾਡੇ ਤੋਂ ਪ੍ਰੇਰਿਤ ਹੁੰਦਾ, ਤੇ ਜੇ ਅਸੀਂ ਆਪ ਹੀ ਜਾਤਾਂ ਪਾਤਾਂ ਦੀਆਂ ਗੱਲਾਂ ਕਰੀ ਜਾਵਾਂਗੇ ਤੇ ਅਗਲੇ ਨੂੰ ਕੀ ਉਦਾਹਰਨ ਦੇ ਸਕਣਾ। ਤੇ ਮੈਂ ਆਨਾ ਵੀ ਪਹਿਲਾਂ ਸਾਨੂੰ ਆਪਣੇ ਆਪ ਨੂੰ ਖੁਦ ਨੂੰ ਸੁਧਾਰ ਲੈਣਾ ਚਾਹੀਦਾ ਤੇ ਫਿਰ ਅਗਲਾ ਕੁਛ ਆਪਣੇ ਸਾਡੀ ਜਿਹੜੀ ਐਗਜ਼ੈਂਪਲ ਵੇਖ ਕੇ ਉਹ ਵੀ ਸੋਚਦਾ ਕਿ ਨਹੀਂ ਯਾਰ ਇਹ ਤੇ ਬੰਦਾ ਇਸ ਤਰ੍ਹਾਂ ਦੀ ਨਹੀਂ ਸੋਚ ਰੱਖਦਾ ਤੇ ਮੈਨੂੰ ਵੀ ਸੋਚ ਬਦਲਣੀ ਚਾਹੀਦੀ ਆ। ਤੇ ਮੇਰੇ ਜਿਹੜੇ ਉਪਰਾਲੇ ਹੁੰਦੇ ਆ ਹਰ ਮਹੀਨੇ ਜਿਹੜਾ ਮੈਂ ਕਰਾਉਂਦਾ, ਤੇ ਮੇਰੀ ਇਹੋ ਸੋਚ ਰੱਖ ਕੇ ਵੱਡੇ ਭਾਜੀ ਕਰਾਉਂਦਾ ਕਿ ਜੇ 100 ਬੰਦਾ ਜਾਂ 500 ਬੰਦਾ ਜਾਂ 1000 ਬੰਦਾ ਆਉਂਦਾ, ਉਹਦੇ ਵਿੱਚੋਂ 5 ਬੰਦੇ ਵੀ ਇਹ ਸੋਚ ਮੇਰੀ ਨੂੰ ਨਾਲ ਲੈ ਕੇ ਚੱਲ ਗਏ ਤੇ ਮੈਂ ਫਿਰ ਵੀ ਜਿੱਤਦਾ। ਠੀਕ ਹੈ ਜੀ। ਤੁਹਾਨੂੰ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ? ਰਿਸਪੌਂਸ ਬਹੁਤ ਵਧੀਆ ਜੀ, ਬਹੁਤ ਵਧੀਆ ਰਿਸਪੌਂਸ ਮਿਲਦਾ ਮੈਨੂੰ। ਪਹਿਲਾਂ ਜਦੋਂ ਮੈਂ ਸ਼ੁਰੂ ਕੀਤੇ ਸੀ ਭਾਜੀ ਗੁਰਸ਼ਰਨ ਭਾਜੀ ਦੇ ਨਾਲ, ਉਹ ਮੇਰੇ ਉਸਤਾਦ ਆ ਗੁਰਸ਼ਰਨ ਭਾਜੀ ਜੀ, ਤੇ ਜਦੋਂ ਕੀਤੇ ਸੀ ਉਦੋਂ ਅਸੀਂ ਪਿੰਡਾਂ ਦੇ ਵਿੱਚ, ਛੋਟਾ ਸੀ ਉਦੋਂ ਮੈਂ, ਤੇ ਪਿੰਡਾਂ ਦੇ ਵਿੱਚ ਜਾ ਕੇ ਸੱਥਾਂ ਚਾਹੀ ਕਰਨੇ। ਤੇ ਹੁਣ ਸਮੇਂ ਦੇ ਮੁਤਾਬਕ ਬਦਲਣਾ ਚਾਲੂ ਹੋ ਗਿਆ, ਥੀਏਟਰ ਆ ਗਏ ਆ, ਹੁਣ ਚੰਡੀਗੜ੍ਹ ਦੇ ਵਿੱਚ ਟੈਗੋਰ ਆ ਗਿਆ ਵਾ, ਪੰਜਾਬ ਕਲਾ ਭਵਨ ਹੋ ਗਿਆ, ਪੰਜਾਬ ਕਿਤੇ ਬਥੇਰੇ ਬਣ ਕੇ ਥੀਏਟਰ, ਜਿੱਥੇ ਤੁਸੀਂ ਹਾਇਰ ਕਰ ਲਓ, ਜਿੱਥੇ ਮਰਜ਼ੀ ਕਰ ਲਓ, ਲੋਕ ਆ ਜਾਂਦੇ ਵਿੱਚ। ਜਿਹੜੇ ਡਰਾਮੇ ਤੁਸੀਂ ਕਰਦੇ ਆ ਜੀ,
ਪ੍ਰੋਮ ਕਿੱਦਾਂ ਉਹ ਲੀਕਦੇ ਆ ਤੁਹਾਨੂੰ, ਕਿੱਦਾਂ ਤੁਹਾਨੂੰ ਪਤਾ ਲੱਗਦਾ ਤੁਸੀਂ ਕਿੱਥੇ ਜਾ ਕੇ ਡਰਾਮਾ ਕਰਦੇ? ਤੁਸੀਂ ਆਮ ਲੋਕਾਂ 'ਚ ਜਾਂਦੇ ਆ ਜਾਂ ਥੀਏਟਰ 'ਚ ਕਰਦੇ ਆ? ਨਹੀਂ, ਥੀਏਟਰ 'ਚ ਕਰਦੇ ਅਸੀਂ। ਥੀਏਟਰ 'ਚ ਕਰਦੇ ਹੁਣ ਆਮ ਲੋਕਾਂ ਵਾਲਾ ਨਹੀਂ ਕੰਮ ਰਹਿ ਗਿਆ ਜੀ, ਜਿੱਦਾਂ ਹੁਣ ਪਿੰਡਾਂ 'ਚ ਜਾ ਕੇ ਵਾਲਾ ਕੰਮ ਨਹੀਂ, ਹੁਣ ਥੀਏਟਰ 'ਚ ਹੀ ਲੋਕ ਪਸੰਦ ਕਰਦੇ ਆ। ਕਿਉਂਕਿ ਜਿਹੜੇ ਭਾਜੀ ਗੁਰਸ਼ਰਨ ਸਿੰਘ ਸੀਗੇ ਉਹਨਾਂ ਨੇ ਲੋਕਾਂ 'ਚ ਕੀਤੇ, ਲੋਕਾਂ 'ਚ ਉਹਨਾਂ ਦੇ ਡਰਾਮੇ। ਉਦੋਂ ਸਮਾਂ ਹੋਰ ਸੀ, ਸਮਾਂ ਹੋਰ ਸੀ ਜੀ। ਤੇ ਮੈਨੂੰ ਯਾਦ ਆ ਸਾਡੇ ਸਕੂਲ ਟਾਈਮ ਤੇ ਸਾਡੇ ਪਿੰਡ ਦੇ ਨਾਲ ਸਿਕਾਕ ਹਰਕ੍ਰਿਸ਼ਨ ਸਿੰਘ ਸੁਰਜੀਤ ਜੀ, ਹਾਂਜੀ, ਉਹਨਾਂ ਦਾ ਸੰਪਰਕ ਸੀ ਆਪਸ ਵਿੱਚ, ਸ਼ਾਇਦ ਕਾਮਰੇਡ ਰਹੇ ਸੀ ਉਹ। ਹਾਂਜੀ, ਠੀਕ ਹੈ। ਉਹ ਨਾਲ ਲੱਗੇ ਡਰਾਮੇ ਵਗੈਰਾ ਦੇਖਦੇ ਰਹੇ ਅਸੀਂ। ਜਿਹੜਾ ਵਰਕਿੰਗ ਕਲਾਸ ਸੁਸਾਇਟੀ ਆ, ਜਿਨ੍ਹਾਂ ਨੂੰ ਅੱਗੇ ਤੋਰਨ ਦੀ ਲੋੜ ਆ, ਜਿਨ੍ਹਾਂ ਨੂੰ ਹੈਲਪ ਚਾਹੀਦੀ ਆ ਸਮਝਣ ਦੀ, ਅੱਗੇ ਤੋਰਨ ਲਈ ਕਿੱਦਾਂ ਅੱਗੇ ਤੋਰਿਆ ਜਾਵੇ, ਉਹਨਾਂ ਤੱਕ ਤੁਹਾਡਾ ਡਰਾਮਾ ਕਿੱਦਾਂ ਪਹੁੰਚਦਾ? ਕੀ ਉਹਨਾਂ ਨੂੰ ਤੁਸੀਂ ਐਨਕਰੇਜ ਕਰਦੇ ਆ ਵੀ ਆਓ ਥੀਏਟਰ 'ਚ ਡਰਾਮਾ ਦੇਖਣ? ਉਹਨਾਂ ਤੱਕ ਕਿੱਦਾਂ ਸੁਨੇਹਾ ਪਹੁੰਚਾਉਂਦੇ ਤੁਸੀਂ? ਵੱਡੇ ਭਾਜੀ ਕਿਉਂਕਿ ਮੈਂ ਬਹੁਤ ਜ਼ਰੂਰੀ ਸਮਝਦਾ ਕਿ ਜਿਹੜਾ ਜਿਹਨੂੰ ਲੋੜ ਆ ਦੁਆ ਉਹਨੂੰ ਦੇਣੀ ਚਾਹੀਦੀ, ਜਿਹੜਾ ਬਿਮਾਰ ਆ। ਬਿਲਕੁਲ ਬਿਲਕੁਲ। ਜਿਹੜਾ ਬਿਮਾਰ ਕਰਨ ਵਾਲਾ ਉਹ ਤਾਂ ਜਿਹੜਾ ਡੋਜ਼ ਆ ਉਹ ਦੇ ਰਿਹਾ ਬਿਮਾਰ ਰਹਿਣ ਲੋਕ ਜੀ, ਤੇ ਉਹਨਾਂ ਤੱਕ ਕਿੱਦਾਂ ਸੁਨੇਹਾ ਪਹੁੰਚਿਆ ਜਾਂ ਕਿੱਦਾਂ ਤੁਸੀਂ ਪਹੁੰਚਾਉਂਦੇ ਆ ਜਾਂ ਕਿੱਦਾਂ ਪਹੁੰਚਾਇਆ ਜਾ ਸਕਦਾ? ਜਿਹੜਾ ਸੁਨੇਹਾ ਪਹੁੰਚਾਉਣਾ ਨਾ ਅੱਜ ਦੀ ਡੇਟ ਵਿੱਚ ਮੇਰੀ ਸੋਚ ਦੇ ਮੁਤਾਬਕ ਉਹ ਬਹੁਤ ਈਜ਼ੀ ਹੋ ਚੁੱਕਿਆ। ਉਹ ਇਸ ਤਰ੍ਹਾਂ ਜੀ, ਹਰ ਇੱਕ ਬੰਦੇ ਕੋਲ ਮੋਬਾਈਲ ਆ। ਜਦੋਂ ਕੋਈ ਵੀ ਤੁਸੀਂ ਪੋਸਟ ਕਿਸੇ ਵੀ ਸੋਸ਼ਲ ਮੀਡੀਆ ਤੇ ਪਾਉਂਦੇ, ਜਾਂ ਇੰਸਟਾ ਤੇ ਪਾ ਦਿੰਦੇ, ਜਾਂ FB ਤੇ ਪਾ ਦਿੰਦੇ, ਜਾਂ ਕਿਸੇ WhatsApp ਤੇ ਪਾ ਦਿੰਦੇ ਆ, ਤੇ ਵੇਖੋ ਜੀ ਇੰਡੀਆ ਦੇ ਵਿੱਚ ਵੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਆਪਾਂ ਪੰਜਾਬ ਤੋਂ ਆ, ਤੇ ਇਹੋ ਜਿਹਾ ਘਰ ਕੋਈ ਨਹੀਂ ਹੈਗਾ ਜਿੱਥੇ ਮੋਬਾਈਲ ਘਰ ਦੇ ਵਿੱਚ ਇੱਕ ਦੋ ਦੋ ਤਿੰਨ ਨਾ ਹੋਣ। ਤੇ ਉਹ ਸੌਖਾ ਤਰੀਕਾ ਹੋ ਗਿਆ ਇਹ ਸੋਸ਼ਲ ਮੀਡੀਆ ਕਰਕੇ ਕਿ ਇੱਕ ਤੁਸੀਂ ਪੋਸਟ ਪਾ ਦਿਓ, ਹਰ ਇੱਕ ਬੰਦਾ ਵੇਖ ਲੈਂਦਾ ਵੀ ਫਲਾਨੀ ਜਗ੍ਹਾ ਤੇ ਨਾਟਕ ਹੋ ਰਿਹਾ। ਕਦੀ ਤੁਸੀਂ ਇਹ ਅਹਿਸਾਸ ਕੀਤਾ ਕਿ ਜਿਹੜੀ ਤੁਹਾਡੀ ਆਡੀਅנס ਹੈਗੀ ਆ, ਉਹਦੇ ਵਿੱਚ ਜਿਹੜੇ ਲੋਕ ਆਏ ਆ ਆਡੀਅנס ਬਣ ਕੇ, ਉਹ ਸਾਰੀਆਂ ਸੁਸਾਇਟੀਆਂ ਵਿੱਚੋਂ ਆ ਜਾਂ ਐਂਟਰਟੇਨਮੈਂਟ ਹੀ ਦੇਖਣਾ ਆ? ਸਾਰੀਆਂ ਸੁਸਾਇਟੀਆਂ ਦੇ ਵਿੱਚ ਹੁੰਦੇ ਆ। ਪਰ ਮੈਨੂੰ ਉਦੋਂ ਬੜੀ ਵੱਡੇ ਭਾਜੀ ਖੁਸ਼ੀ ਹੁੰਦੀ ਆ ਕਿ ਕਈ ਵਾਰੀ ਮੈਂ ਵੀ ਜਦੋਂ ਡਰਾਮਾ ਵੇਖਦਾ, ਮੈਂ ਪਹਿਲੀਆਂ ਜੇ ਅਗਲੇ ਬੰਨੇ ਮੈਂ ਵੇਖ ਕੇ ਭਾਵੇਂ ਮੈਂ ਹੀ ਅਰੇਂਜਮੈਂਟ ਕਰਦਾ, ਪਰ ਮੇਰੀ ਹੁੰਦੀ ਵੀ ਮੈਂ ਪੂਰਾ ਡਰਾਮਾ ਜਿਹੜਾ ਆਪ ਖੁਦ ਬਹਿ ਕੇ ਵੇਖਾਂ। ਤੇ ਜਦੋਂ ਮੈਂ ਪਿੱਛੇ ਧਿਆਨ ਮਾਰਦਾ ਆਡੀਅנס ਦੇ ਵਿੱਚ, ਤੇ ਵਾਕਿਆ ਹੀ ਜੀ ਉਹ ਗਮੀ ਦਾ ਕਿਰਦਾਰ ਆ ਤੇ ਲੋਕਾਂ ਦੀਆਂ ਅੱਖਾਂ ਨਮ ਹੁੰਦੀਆਂ, ਕਿਉਂਕਿ ਤੁਹਾਨੂੰ ਇਹ ਡਿਪੈਂਡ ਕਰਦਾ ਵਾ ਤੁਹਾਡਾ ਕਲਾਕਾਰ ਜਿਹੜਾ ਅਗਲੇ ਬੰਨੇ ਕਰ ਰਿਹਾ ਉਹ ਕਿਰਦਾਰ ਨੂੰ ਕਿਸ ਢੰਗ ਨਾਲ ਕਰ ਰਿਹਾ। ਤੇ ਜਦੋਂ ਐਰਕੀ ਮੈਂ 3 ਤਰੀਕ ਨੂੰ ਕਰਾ ਕੇ ਆਇਆ ਸੀ ਦਸੰਬਰ ਦੀ, ਤੇ ਉਹ ਜਾਤਾਂ ਪਾਤਾਂ ਦੇ ਨਾਂ ਤੇ ਹੀ, ਪਰ ਉਹ ਜਦੋਂ ਮੈਂ ਪਿੱਛੇ ਬੀਬੀਆਂ ਵੇਖੀਆਂ ਜਾਂ ਹਰ ਇੱਕ ਚੀਜ਼ ਦੇ, ਹਰ ਇੱਕ ਦੀ ਅੱਖ ਨਮ ਹੀ ਵੀ ਨਹੀਂ, ਇੱਦਾਂ ਨਹੀਂ ਹੋਣੀ ਚਾਹੀਦੀ, ਸਾਨੂੰ ਬਦਲਣਾ ਚਾਹੀਦਾ। ਤੇ ਮੇਰੇ ਲਈ ਇਹ ਬੜੀ ਖੁਸ਼ੀ ਜਿਹੜੀ ਭਾਵੇਂ ਉਹ ਅੱਖਾਂ ਉਹਨਾਂ ਦੀਆਂ ਨਮ ਹੀ, ਪਰ ਮੇਰੇ ਮਨ 'ਚ ਖੁਸ਼ੀ ਸੀ ਵੀ ਇਹਨਾਂ ਤੇ ਅਸਰ ਉਹ ਚੀਜ਼ ਦਾ ਹੋਇਆ ਜੀ। ਅੱਛਾ ਪ੍ਰਵੀਨ ਜੀ, ਆਪਣੇ ਕੋਲ ਤਕਰੀਬਨ 10-12 ਮਿੰਟ ਰਹਿ ਗਏ, ਬਹੁਤ ਜਲਦੀ ਨਿਕਲ ਗਿਆ ਜੀ। ਮੈਂ ਨਾ 1-2 ਮਿੰਟ ਵਿੱਚ ਮੈਂ ਚਾਹੁੰਦਾ ਕਿ ਤੁਸੀਂ ਹੋ ਸਕਦਾ, ਕਿਉਂਕਿ ਆਪਾਂ ਪਹਿਲਾਂ ਨਹੀਂ ਜਾਣਦੇ ਸੀ, ਪਹਿਲਾਂ ਮੈਂ ਤੁਹਾਨੂੰ ਨਹੀਂ ਮਿਲਿਆ ਸੀਗਾ, ਆਪਾਂ ਹੁਣੇ ਮਿਲੇ ਆ, ਹੋ ਸਕਦਾ ਮੈਂ ਤੁਹਾਡੀ ਜ਼ਿੰਦਗੀ ਦੇ ਬਾਰੇ 'ਚ ਜਾਂ ਕਿਸੇ ਪਹਿਲੂ 'ਤੇ ਮੈਂ ਗੱਲ ਨਾ ਕਰ ਸਕਿਆ ਹੋਵਾਂ। ਮੈਂ ਚਾਹੁੰਦਾ 1-2 ਮਿੰਟ ਵਿੱਚ, 2-3 ਮਿੰਟ ਵਿੱਚ ਤੁਸੀਂ ਟਾਈਮ ਲੈ ਕੇ ਫ੍ਰੀਲੀ ਆਪਣੀ ਜ਼ਿੰਦਗੀ ਬਾਰੇ ਜਿਹੜੀ ਗੱਲ ਤੁਸੀਂ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਆ ਤੁਸੀਂ ਕਹਿ ਸਕਦੇ ਆ। ਵੱਡੇ ਭਾਜੀ, ਲਗਭਗ ਜਿਹੜਾ ਰਾਈਟਰ ਹੁੰਦਾ ਉਹਦੀ ਜ਼ਿੰਦਗੀ ਜਿਹੜੀ ਹੁੰਦੀ ਉਹ ਇੱਕ ਕਿਤਾਬ ਦੀ ਤਰ੍ਹਾਂ ਖੁੱਲੀ ਹੁੰਦੀ ਆ, ਉਹ ਸਾਰੇ ਉਹਨੂੰ ਜਾਣਦੇ ਹੁੰਦੇ ਆ। ਪਰ ਮੇਰਾ ਜਿਹੜਾ ਜੇ ਤੁਹਾਡੇ ਕਾਂਚੀ TV ਦੇ ਮਾਧਿਅਮ ਰਾਹੀਂ ਜੇ ਮੈਂ ਕੁਝ ਕਹਿਣਾ ਚਾਹੁੰਦਾ, ਤੇ ਮੈਂ ਇਹੋ ਹੀ ਸਾਰਿਆਂ ਨੂੰ ਕਹਾਂਗੇ ਕਿ ਕਿਰਪਾ ਕਰਕੇ ਸਾਰੇ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੁੜੋ, ਮਾਂ ਨਾਲ ਪਿਆਰ ਕਰੋ, ਪੰਜਾਬੀ ਲਿਖੋ, ਪੰਜਾਬੀ ਪੜ੍ਹੋ। ਮੇਰਾ ਕਹਿਣ ਦਾ ਇਹ ਮਤਲਬ ਬਿਲਕੁਲ ਨਹੀਂ ਹੈਗਾ ਕਿ ਤੁਸੀਂ ਦੂਜੀਆਂ ਭਾਸ਼ਾਵਾਂ ਨੂੰ ਪੜ੍ਹਨਾ ਨਹੀਂ ਆ ਜਾਂ ਦੂਜੀਆਂ ਭਾਸ਼ਾਵਾਂ ਤੁਸੀਂ ਬੋਲਣੀਆਂ ਨਹੀਂ ਹੈਗੀਆਂ, ਪਰ ਕੋਸ਼ਿਸ਼ ਜਿਹੜੀ ਆਪਾਂ ਉਹ ਕਰੀਏ ਕਿ ਜਦੋਂ ਆਪਾਂ ਪਰਿਵਾਰ ਦੇ ਵਿੱਚ, ਜਿਹੜਾ ਬਾਹਰਲੀਆਂ ਕੰਟਰੀਆਂ 'ਚ ਅਸੀਂ ਬੈਠੇ ਹਾਂ, ਜਿੱਦਾਂ ਪਰਿਵਾਰ 'ਚ ਬੈਠੇ ਹਾਂ, ਤੇ ਪਰਿਵਾਰ ਵਿੱਚ ਇੱਕ ਦੂਜੇ ਨਾਲ ਪੰਜਾਬੀ 'ਚ ਗੱਲਬਾਤ ਜ਼ਰੂਰ ਆਪਾਂ ਕਰੀਏ। ਮੇਰੀ ਭੈਣ ਰਹਿੰਦੀ ਹੈ ਇੱਥੇ ਲੰਡਨ ਦੇ ਵਿੱਚ, ਹਲਿੰਟਨ ਦੇ ਵਿੱਚ, ਤੇ ਜਦੋਂ ਮੈਂ ਬੱਚਿਆਂ ਨਾਲ ਗੱਲ ਪੰਜਾਬੀ 'ਚ ਕਰਦਾ, ਮੈਂ ਆਪਣੇ ਘਰ ਦੀ ਗੱਲ ਕਰਨ ਲੱਗਾ, ਤੇ ਉਹ ਬੱਚੇ ਪੰਜਾਬੀ ਸਮਝਦੇ ਆ, ਪਰ ਬੋਲਣ ਵਿੱਚ ਥੋੜ੍ਹਾ ਜਿਹਾ ਕਈ ਵਾਰੀ ਉਹਨਾਂ ਨੂੰ ਉਹ ਝਿਜਕਾਉਂਦੇ ਆ। ਤੇ ਜਦੋਂ ਮੈਂ ਆਪਣੀ ਭੈਣ ਨਾਲ ਗੱਲ ਕਰਦਾ ਹੀ ਆ, ਤੇ ਉਹ ਆਂਦੀ ਵੀ ਕਲਚਰ ਹੀ ਇੱਦਾਂ ਦਾ ਮੇਰੇ ਵੀਰ, ਇਹ ਕਿਤੇ ਫਰੈਂਡ ਸਰਕਲ 'ਚ ਵੀ ਬਹਿੰਦੇ ਆ ਤੇ ਇਹ ਅੰਗਰੇਜ਼ੀ 'ਚ ਹੀ ਗੱਲ ਕਰਦੇ ਆ। ਤੇ ਮੈਂ ਸਾਰਿਆਂ ਨੂੰ ਕਾਂਚੀ TV ਦੇ ਮਾਧਿਅਮ ਨਾਲ ਇਹੋ ਗੱਲ ਕਹਿਣਾ ਚਾਹੁੰਦਾ ਕਿ ਪੰਜਾਬੀ ਮਾਂ ਬੋਲੀ ਨੂੰ ਆਪਾਂ ਨਾ ਵਿਸਾਰੀਏ। ਇਹਨਾਂ ਨੂੰ ਜੇ ਆਪਾਂ ਬਾਹਰ ਨਹੀਂ ਕਿਸੇ ਨਾਲ ਬੋਲਦੇ, ਤੇ ਪਰ ਘਰਾਂ ਦੇ ਵਿੱਚ ਜਿਹੜੀ ਪੰਜਾਬੀ ਮਾਂ ਬੋਲੀ ਵੱਡੇ ਭਾਜੀ ਉਹ ਜ਼ਰੂਰ ਬੋਲਣੀ ਚਾਹੀਦੀ ਆ। ਇੱਕ ਦੂਜੇ ਨਾਲ ਰਾਬਤਾ ਲਾਭ ਕਰਨੀ ਚਾਹੀਦੀ ਆ ਜ਼ਰੂਰ, ਕਿ
ਕੁਛ ਨਾ ਕੁਛ, ਜਿੱਦਾਂ ਮੈਂ ਪਿੱਛੇ ਦੇਸੀ ਰੇਡੀਓ ਦੇ ਉੱਤੇ ਗਿਆ ਸੀ ਤੇ ਉਹ ਬਿੱਟੂ ਖਗੂਰੀਆ ਨੇ ਮੈਨੂੰ ਸਵਾਲ ਪੁੱਛਿਆ ਤੇ ਉਹਨੂੰ ਮੈਂ ਇਹੋ ਗੱਲ ਕਹੀ ਸੀ, ਮੈਂ ਕਿਹਾ ਜੀ ਸਾਨੂੰ ਕੁਛ ਸਮਾਂ ਇੱਦਾਂ ਦਾ ਆ ਜਾਣਾ ਕਿ ਸਾਨੂੰ ਖੰਡ ਪਾਠ ਕਰਾਉਣ ਲਈ ਬੰਦੇ ਲੱਭਣੇ ਪਿਆ ਕਰਨੇ ਆ ਜੀ। ਪੰਜਾਬੀ ਕਿਹੜਾ ਬੋਲਦਾ, ਇਹ ਪੜ੍ਹ ਕਿਹੜਾ ਲੈਂਦਾ ਵਾ, ਇਹ ਨੁਕਸਾਨ ਕਿਹਦਾ ਜੀ? ਵੱਡੇ ਭਾਜੀ ਨੁਕਸਾਨ ਤੇ ਸਾਡਾ ਹੀ ਆ, ਕਿਉਂਕਿ ਇੰਗਲੈਂਡ ਦੇ ਵਿੱਚ ਮੈਨੂੰ ਪੱਕਾ ਨਹੀਂ ਹੈਗਾ, ਸ਼ਾਇਦ ਤੀਜੀ ਜਨਰੇਸ਼ਨ ਚੱਲ ਰਹੀ ਆ ਤੇ ਚੌਥੀ ਵੀ ਹੋ ਸਕਦੀ, ਚੌਥੀ। ਤੇ ਉਹਦੇ ਵਿੱਚ ਇਹ ਗੱਲ ਵੀ ਡੇ ਬਾਈ ਡੇ ਸਾਡੀ ਜਿਹੜੀ ਘਰਾਂ ਦੇ ਵਿੱਚੋਂ ਪੰਜਾਬੀ ਖਤਮ ਹੁੰਦੀ ਜਾ ਰਹੀ ਆ। ਤੇ ਮੈਂ ਆਪਣੀ ਗੱਲ ਕਰਦਾ ਜੀ, ਜੀਜਾ ਮੇਰਾ ਜਦੋਂ ਕਿਤੇ ਆਉਂਦਾ ਰਹੋ ਵੀ ਬੱਚਿਆਂ ਦੇ ਨਾਲ ਅੰਗਰੇਜ਼ੀ 'ਚ ਗੱਲ ਕਰਦੇ, ਤੇ ਮੈਂ ਕਈ ਵਾਰੀ ਟੋਕੂੰਗਾ ਵੀ ਘਰ ਦੇ ਵਿੱਚ ਤੇ ਤੁਸੀਂ ਪੰਜਾਬੀ ਬੋਲੋ। ਨਹੀਂ, ਪਰ ਜਿਹੜੇ ਬੱਚਿਆਂ ਦਾ ਜਿਹੜਾ ਕੰਮ ਆ ਜੀ, ਜਿਹੜੇ ਬੱਚੇ ਇੱਥੇ ਇੱਕ ਗੱਲ ਹੈਗੀ ਨੈਚੁਰਲ ਆਪਾਂ ਕਹਿ ਸਕਦੇ ਹਾਂ ਜੀ, ਜਿਹੜਾ ਇਨਸਾਨ ਜਿਹੜੀ ਧਰਤੀ ਤੇ ਪੈਦਾ ਹੋਇਆ ਜੀ, ਉਹਨੂੰ ਉਸ ਧਰਤੀ ਨਾਲ ਮੋਹ ਹੋ ਜਾਂਦਾ। ਬਿਲਕੁਲ, ਜਿੱਦਾਂ ਸਾਨੂੰ ਪੰਜਾਬ ਦੇ ਨਾਲ ਆ ਜੀ, ਸਾਨੂੰ ਦੁਨੀਆ ਦੇ ਕਿਸੇ ਹਿੱਸੇ ਵਿੱਚ ਲੈ ਜਾਓ ਜੀ, ਅਸੀਂ ਪੰਜਾਬ ਵਿੱਚ ਜਾ ਕੇ, ਹਾਲਾਂਕਿ ਸਾਨੂੰ ਪਤਾ ਉੱਥੇ ਪੁਲਿਸ ਵੀ, ਡਾਕਟਰ ਜੋ ਵੀ ਹੈ, ਸਾਡੀ ਛੱਲਣ ਵਾਲੇ ਸਾਰੇ ਘਰ ਦੇ ਵੀ ਬਾਹਰਲੇ ਵੀ, ਲੇਕਿਨ ਫਿਰ ਵੀ ਉੱਥੇ ਸਾਨੂੰ ਸਕੂਨ ਮਿਲਦਾ, ਸਾਨੂੰ ਮੁਹੱਬਤ ਹੁੰਦੀ ਆ। ਜੀ ਜੀ ਬਿਲਕੁਲ। ਇਹ ਜਿਹੜੇ ਸਾਡੇ ਬੱਚੇ ਆ ਉਹ ਜਿਹੜੇ ਇੱਥੇ ਪੈਦਾ ਹੋਏ ਆ, ਉਹਨੂੰ ਜਿੱਥੇ ਮਰਜ਼ੀ ਲੈ ਜਾਓ ਜੀ, ਲੇਕਿਨ ਉਹਨਾਂ ਨੂੰ ਆਹ ਜਿਹੜੀ ਧਰਤੀ ਆ ਇਹਨਾਂ ਮੁਹੱਬਤ ਆ ਤੇ ਉਹਨਾਂ ਦੀ ਜਨਮ ਭੂਮੀ ਹੈ, ਉਹਨਾਂ ਜਨਮ ਭੂਮੀ ਹੈ ਤੇ ਉਹਨਾਂ ਦੀ ਜਿਹੜੀ ਮਾਤਰ ਭਾਸ਼ਾ ਉਹ ਵੀ ਇੰਗਲਿਸ਼ ਆ। ਹਾਂਜੀ, ਜਦੋਂ ਅਸੀਂ ਉਹਨਾਂ ਨਾਲ ਪੰਜਾਬੀ 'ਚ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਸਵਾਲ ਸਾਨੂੰ ਕਰਦੇ ਆ ਜਿਹਨਾਂ ਦਾ ਸਾਡੇ ਕੋਲ ਜਵਾਬ ਨਹੀਂ ਹੁੰਦਾ ਜੀ, ਕਿਉਂਕਿ ਉਹਨਾਂ ਨੇ ਜਿਹੜੀ ਹਿਸਟਰੀ ਪੜ੍ਹੀ ਆ ਉਹ ਅੰਗਰੇਜ਼ੀ 'ਚ ਪੜ੍ਹੀ ਆ ਜੀ। ਸਾਡੇ ਪੰਜਾਬੀ 'ਚ ਕੋਈ ਐਡਾ ਵੱਡਾ ਮੇਰੇ ਹਿਸਾਬ ਨਾਲ ਲਿਟਰੇਚਰ ਨਹੀਂ ਹੈਗਾ ਜੀ, ਵੀ ਲੋਕ ਹਿਸਟਰੀ ਪੜ੍ਹਨ ਜਿਹੜੀ ਹੈਗੀ ਆ ਉਹ ਲਿਮਿਟਿਡ ਆ ਜੀ। ਸਾਨੂੰ ਹਰ ਜਗ੍ਹਾ ਤੇ ਆਪਣਾ ਮਿਆਰ ਚੁੱਕਣਾ ਪਏਗਾ ਉੱਚਾ। ਪਰ ਵੱਡੇ ਭਾਜੀ ਗੱਲ ਤੁਹਾਡੀ ਰੁਕਦੀ ਆ, ਸਾਡੇ ਜੇ ਪੰਜਾਬੀ ਦੀ ਗੱਲ ਕਰੀਏ ਤੇ ਸਾਡੇ ਕੋਲ ਬੜਾ ਵੱਡਾ ਇਤਿਹਾਸ ਆ ਸਾਡਾ, ਤੇ ਜੇ ਤੁਸੀਂ ਕੀਤੀ ਬੱਚਿਆਂ ਦੀ ਗੱਲ ਕਿ ਸਾਡੇ ਕੋਲ ਕੋਈ ਜਵਾਬ ਨਹੀਂ ਹੈਗਾ, ਮੈਂ ਜਵਾਬ ਸਾਡੇ ਕੋਲ ਹੈਗਾ ਜੀ। ਜੇ ਆਪਾਂ ਚਾਈਨੀਜ਼ ਨੂੰ ਲੈ ਲਈਏ ਜਾਂ ਜੈਪਨੀਜ਼ ਨੂੰ ਲੈ ਲਈਏ ਜਾਂ ਇਟਾਲੀਅਨ ਨੂੰ ਲੈ ਲਈਏ ਜਾਂ ਕਿਸੇ ਵੀ ਮੁਲਕ ਦੇ ਲੈ ਲਈਏ, ਤੇ ਉਹਨਾਂ ਦੇ ਬੱਚੇ ਕਿਉਂ ਜੈਪਨੀਜ਼ ਬੋਲਦੇ ਆ, ਅੰਗਰੇਜ਼ੀ ਕਿਉਂ ਨਹੀਂ ਬੋਲਦੇ ਜੀ? ਕੋਰੀਅਨ ਨੂੰ ਲੈ ਲੈ, ਕਿਉਂ ਕੋਰੀਅਨ ਬੱਚੇ ਇੱਥੋਂ ਵੀ ਬੋਲਦੇ ਆ ਜੀ, ਕਿਉਂਕਿ ਉਹ ਸਾਡੇ ਤੇ ਨਿਰਭਰ ਕਰਦਾ ਥੋੜਾ ਜਿਹਾ ਕਿ ਅਸੀਂ ਘਰ ਦੇ ਅੰਦਰ ਬੱਚਿਆਂ ਨਾਲ ਕਿੱਦਾਂ ਰਵੱਈਆ ਰੱਖਦੇ ਹਾਂ, ਕਿੱਦਾਂ ਸਾਡੀ ਬੱਚਿਆਂ ਨਾਲ ਸੋਚ ਆ, ਸਾਡਾ ਬੱਚਿਆਂ ਨਾਲ ਮੇਲ ਮਿਲਾਪ ਕਿੱਦਾਂ ਦਾ ਹੈਗਾ ਵਾ। ਤੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਜਿਹੜੀ ਸਾਨੂੰ ਬਹੁਤ ਜ਼ਰੂਰੀ ਜਿਹੜੀ ਮੈਂ ਸਮਝਦਾ ਜੀ, ਸਾਨੂੰ ਜਿਹੜਾ ਆਪਸ ਵਿੱਚ ਪਿਆਰ ਮੁਹੱਬਤ ਆ, ਬਿਲਕੁਲ ਪਹਿਲਾਂ ਤਾਂ ਉਹ ਬਣਾਉਣ ਦੀ ਲੋੜ ਆ, ਕਿਉਂਕਿ ਇੱਥੇ ਬਹੁਤ ਇੱਕ ਗੈਪ ਪੈ ਗਿਆ ਬੱਚਿਆਂ ਵਿੱਚ ਤੇ ਮਾਪਿਆਂ ਵਿੱਚ, ਉਹਨੂੰ ਕਲੋਜ਼ ਕਰਨ ਦੀ ਲੋੜ ਆ। ਸੀ ਗੱਲਬਾਤ ਪਹਿਲਾਂ ਤਾਂ ਅੰਗਰੇਜ਼ੀ 'ਚ ਕਰੋ, ਲੇਕਿਨ ਬੱਚਿਆਂ ਨਾਲ ਗੱਲਬਾਤ ਜ਼ਰੂਰ ਕਰੋ, ਪਹਿਲੀ ਗੱਲ ਤਾਂ ਇਹ ਆ। ਦੂਸਰੀ ਗੱਲ, ਜਿਹੜਾ ਅਸੀਂ ਇੰਗਲੈਂਡ ਵਿੱਚ ਆ ਕੇ ਵੀ 5-6 ਹਜ਼ਾਰ ਮੀਲ ਦੂਰ ਆ ਕੇ ਵੀ ਜਿਹੜੀ ਅਸੀਂ ਕਿਹਾ ਵੀ ਮੈਂ ਫਲਾਨਾ ਤੇ ਮੈਂ ਫਲਾਨਾ, ਬਿਲਕੁਲ ਇਹਨੂੰ ਸਾਨੂੰ ਉਹ ਕਾਟਾ ਮਾਰਨਾ ਚਾਹੀਦਾ। ਮੈਂ ਨਹੀਂ ਮਰੀ ਜੀ, ਮੈਂ ਹਰ ਗੱਲ 'ਚ ਮੈਂ ਬਸ ਉਹ ਹਜੇ ਵੀ ਨਾਲ ਹੀ ਸਾਡੇ ਆ ਗਈ। ਹਾਂ, ਉਹ ਕਰਨੀ ਚਾਹੀਦੀ ਆ। ਅੱਛਾ, ਮੇਰਾ ਜਿਹੜਾ ਅਗਲਾ ਸਵਾਲ ਆ ਉਹ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਇੰਨੇ ਮਸਰੂਫ ਹੋ ਕੇ ਇੰਨਾ ਕੰਮ ਕਰਦੇ, ਜਿਹੜੇ ਤੁਹਾਡੇ ਬੱਚੇ ਆ, ਤੁਹਾਡਾ ਪਰਿਵਾਰ ਜੀ, ਉਹਨਾਂ ਦੇ ਟਾਈਮ ਕਿੱਥੋਂ ਕੱਢਦੇ ਆ? ਓਏ ਵੇਖੋ ਜੀ, ਜਾਂ ਤੁਹਾਡੇ ਕੰਮ ਨੂੰ ਉਹਨਾਂ ਦਾ ਕਿਹੋ ਜਿਹਾ ਸਹਿਯੋਗ ਮਿਲਦਾ? ਮੈਂ ਆਪਣਾ ਪੱਖ ਦੱਖਾਂ ਜਾਂ ਮੇਰੀ ਸੋਚ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਉਹ ਇਹ ਆ ਕਿ ਮੈਂ ਸਮਝਦਾ ਕਿ ਹਰ ਇੱਕ ਚੀਜ਼ ਨੂੰ ਨਾ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ। ਜਿੰਨਾ ਚਿਰ ਅਸੀਂ ਬੈਲੈਂਸ ਨਾ ਬਣਾਵਾਂਗੇ, ਜੇ ਮੈਂ ਸਾਰਾ ਧਿਆਨ ਕਿਤਾਬਾਂ ਲਿਖਣ 'ਚ ਹੀ ਲਾ ਦਾਂ, ਮੈਂ ਸਾਰਾ ਧਿਆਨ ਪੰਜਾਬੀ ਮਾਂ ਬੋਲੀ ਨੂੰ ਲਾ ਦਾਂ, ਤੇ ਬੱਚੇ ਮੇਰੇ ਵਿਗੜ ਜਾਣ। ਇਹ ਬੈਲੈਂਸ ਬਣਾ ਕੇ ਚੱਲਾਂਗੇ। ਬੱਚਿਆਂ ਨੂੰ ਵੀ ਟਾਈਮ ਮੈਂ ਪੂਰਾ ਦਿੰਦਾ, ਪਰਿਵਾਰ ਨੂੰ ਟਾਈਮ ਪੂਰਾ ਦਿੰਦਾ। ਤੇ ਮੈਂ ਵੱਡੇ ਭਾਜੀ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਜੇ ਵਿਦੇਸ਼ਾਂ ਦੇ ਵਿੱਚ ਪਰਿਵਾਰ ਆਪਣੇ ਮਾਂ ਬਾਪ ਨੂੰ ਬੱਚੇ 24 ਘੰਟਿਆਂ ਦੇ ਵਿੱਚੋਂ 24 ਮਿੰਟ ਵੀ ਦੇਣ ਨਾ, ਫਿਰ ਵੀ ਪਰਿਵਾਰ ਬਚ ਜਾਣੇ ਆ। ਸਹੀ ਗੱਲ ਆ, ਬਿਲਕੁਲ ਸਹੀ, ਫਿਰ ਵੀ ਪਰਿਵਾਰ ਬਚ ਜਾਣਗੇ। ਪਰ ਅਸੀਂ ਵੇਖੋ ਜੀ, ਇੱਥੇ ਆਣ ਕੇ ਇਦਾਂ ਦੀਆਂ ਲਗਜ਼ਰੀ ਲਾਈਫਾਂ ਬਣਾ ਲੀਆਂ। ਅੱਛਾ, ਤੁਹਾਡਾ ਪਰਿਵਾਰ ਤੁਹਾਨੂੰ ਸਹਿਯੋਗ ਦੇ ਰਿਹਾ ਜਾਂ ਬਸ ਠੀਕ ਹੀ? ਪੂਰਾ ਸਹਿਯੋਗ ਦਿੰਦਾ ਜੀ, ਪੂਰਾ ਸਹਿਯੋਗ ਮੇਰੇ ਨਾਲ ਆ ਜੀ। ਮਾਤਾ ਮੇਰੀ ਜਿਹੜੀ ਤੁਹਾਡੀ ਐਕਟੀਵਿਟੀ ਹੈਗੀ ਆ, ਜਿਹੜਾ ਤੁਹਾਡਾ ਕੰਮ ਫੀਲਡ ਵਰਕ ਜੀ, ਤੁਹਾਨੂੰ ਕਿੱਦਾਂ ਦਾ ਰਿਸਪੌਂਸ ਮਿਲਦਾ ਲੋਕਾਂ ਵੱਲੋਂ? ਇਹ ਲੋਕਾਂ ਦਾ ਪਿਆਰ ਹੀ ਆ ਜੀ, ਜਿਹੜਾ ਮੈਂ ਇੱਥੋਂ ਤੱਕ ਆ ਗਿਆ ਤੁਹਾਡੇ ਚੈਨਲ ਤੇ ਜੀ। ਪਿਆਰ ਹੀ ਲਿਆ ਲੋਕਾਂ ਦਾ। ਜੇ ਮੈਂ ਕੁਛ ਕਰ ਰਿਹਾ, ਮੈਨੂੰ ਫੀਡਬੈਕ ਚੰਗੀ ਮਿਲਦੀ ਜਾ ਰਹੀ ਆ, ਤੇ ਮੇਰਾ ਮਨ ਕਰਦਾ ਮੈਂ ਹੋਰ ਵੀ ਵੱਧ ਤੋਂ ਵੱਧ ਅੱਗੇ ਕਰਾਂ ਜੀ, ਹੋਰ ਵੱਧ ਤੋਂ ਵੱਧ ਅੱਗੇ ਕਰਾਂ। ਤੁਹਾਡੇ ਆਉਣ ਵਾਲੇ ਪ੍ਰੋਗਰਾਮ ਕੀ ਆ? ਫਿਊਚਰ ਕੀ ਦੇਖਦੇ ਆਂਗੇ? ਪ੍ਰੋਗਰਾਮ 2022 ਦੇ ਪੁੱਛਣਾ ਚਾਹੁੰਦੇ ਕਿ ਜਾਂ ਫਿਊਚਰ ਦੇ ਪੁੱਛਣਾ ਚਾਹੁੰਦੇ ਜੀ?
ਨਹੀਂ 22 ਵੀ ਫਿਊਚਰ ਹੀ ਆ, ਹਾਲੇ ਤਾਂ ਜਨਵਰੀ ਆ। ਹਾਂਜੀ, ਤੇ ਪ੍ਰੋਗਰਾਮ ਤੇ ਮੇਰੇ ਬਹੁਤ ਆ ਜੀ। ਮੈਂ ਕਿਤਾਬ ਆਪਣਾ ਸਫ਼ਰਨਾਮਾ ਲਗਭਗ ਮੈਂ ਲਿਖਣ ਡਿਆ, ਉਹ ਕੰਪਲੀਟ ਹੋਣ ਹੀ ਵਾਲਾ। ਠੀਕ ਹੈ। ਤੇ ਸ਼ਾਇਦ ਮਾਰਚ ਜਾਂ ਅਪ੍ਰੈਲ ਦੇ ਵਿੱਚ ਮੇਰੀ ਨਵੀਂ ਕਿਤਾਬ ਜਿਹੜੀ ਮੇਰਾ ਸਫ਼ਰਨਾਮਾ ਉਹ ਵੀ ਮਤਲਬ ਕਿ ਲੋਕ ਅਰਪਣ ਹੋ ਜੂਗੀ। ਤੇ ਆਪਾਂ ਲਗਾਤਾਰ ਪੰਜਾਬੀ ਮਾਂ ਬੋਲੀ ਤੇ ਕੰਮ ਜਿੰਨਾ ਚਿਰ ਮੈਂ ਜੀਣਾ, ਜਿੰਨਾ ਚਿਰ ਮੇਰੇ ਸਾਹ ਚੱਲਦੇ ਆ, ਮੈਂ ਆਪਣੇ ਆਪ ਨੂੰ ਪ੍ਰਣ ਕੀਤਾ, ਆਪਣੇ ਪਰਿਵਾਰ ਨੂੰ ਇਹ ਗੱਲ ਕਿਹਾ ਵੀ ਇਹ ਨਹੀਂ ਕਿ ਮੈਂ ਇੱਕ ਪੱਖ ਹੋਊਂਗਾ, ਪਰ ਮੇਰਾ ਪਰਿਵਾਰ ਵੀ ਮੇਰਾ ਪੂਰਾ ਸਾਥ ਦੇ ਰਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਜਿੰਨਾ ਵੀ ਅਸੀਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਜਿੰਨਾ ਵੀ ਅਸੀਂ ਇਹਨੂੰ, ਜਿੱਦਾਂ ਇਲੈਕਸ਼ਨ ਆ ਗਈ ਆ ਹੁਣ ਤੇ ਘਰ ਘਰ ਜਾ ਕੇ ਆਪਾਂ ਸਪੀਕਰਾਂ ਵਿੱਚ ਕਹਿੰਦੇ ਵੋਟ ਮੈਨੂੰ ਪਾਇਓ, ਵੋਟ ਮੈਨੂੰ ਪਾਇਓ। ਤੇ ਮੇਰੀ ਸੋਚ ਇਹ ਆ ਵੀ ਮੈਂ ਜਿੰਨਾ ਵੀ ਘਰ ਘਰ ਦੇ ਵਿੱਚ ਇਹ ਚੀਜ਼ ਵਾੜ ਸਕਦਾ ਤੇ ਮੈਂ ਆਪਣਾ ਜੀ ਲੱਗਦੀ ਬਾਤ ਤੱਕ ਦਮ, ਜਿੰਨਾ ਚਿਰ ਦਮ ਮੈਂ ਪੂਰਾ। ਅੱਛਾ ਪ੍ਰਵੀਨ ਸੰਧੂ ਜੀ, ਤੁਹਾਡਾ ਇੰਗਲੈਂਡ ਆਉਣ ਦਾ ਜਿਹੜਾ ਥੋੜਾ ਦੌਰਾ ਇੰਗਲੈਂਡ ਦਾ, ਇਹ ਪਰਿਵਾਰਕ ਸੀ ਜਾਂ ਤੁਹਾਡੀ ਜਿਹੜੀ ਐਕਟੀਵਿਟੀ ਆ ਉਹ ਨਾਲ ਰਿਲੇਟਡ ਸੀ? ਇਹ ਇੰਗਲੈਂਡ ਆਉਣ ਦਾ ਜਿਹੜਾ ਮੇਰਾ ਸਵਾਬ ਆ ਜੀ, ਇਹ ਫਿਰ ਉਹ ਗੱਲ ਆਪਣੀ ਘੁੰਮ ਕੇ ਆ ਜਾਣੀ ਪੰਜਾਬੀ ਮਾਂ ਬੋਲੀ ਵਾਲੀ ਜੀ। ਮੇਰਾ ਇੱਕ ਯਾਰ ਆ ਜੀ ਟੋਨੀ ਸਿੱਲੀ, ਇੱਥੋਂ ਦਾ ਹੈ ਤੇ ਉਹ ਕਾਲਾ ਵਾ। ਠੀਕ ਹੈ। ਤੇ ਉਹ ਥੀਏਟਰ ਕਰਦਾ ਤੇ ਮੇਰੇ ਕੋਲ ਹਰ ਸਾਲ ਇੰਡੀਆ ਵੀ ਆਉਂਦਾ ਤੇ ਉਹ ਮੈਨੂੰ ਵੀ ਸੱਦ ਲੈਂਦਾ ਤੇ ਮੈਂ ਵੀ ਉਹ ਆ ਜਾਂਦਾ, ਇੱਦਾਂ ਸਾਈ ਆਉਂਦੇ ਜਾਂਦਾ, ਆਵਾਜਾਈ ਸਾਡੀ ਬਣੀ ਰਹਿੰਦੀ ਆ। ਤੇ ਉਹਦੀ ਇੱਕ ਵਰਕਸ਼ਾਪ ਸੀ ਇੱਥੇ ਲੰਡਨ ਦੇ ਵਿੱਚ, 5 ਦਿਨ ਦੀ ਵਰਕਸ਼ਾਪ ਸੀ ਉਹ। ਮੈਂ ਵਰਕਸ਼ਾਪ ਦੇ ਸਿਲਸਿਲੇ 'ਚ ਆਇਆ ਹੋਇਆ ਸੀ। ਪਰ ਮੈਂ ਵੱਡੇ ਭਾਜੀ ਇੱਕ ਚੀਜ਼ ਦਾ ਬੜਾ ਪ੍ਰਾਊਡ ਮਹਿਸੂਸ ਕਰਦਾ ਮੈਂ ਕਿ ਉਸ ਬੰਦੇ ਨੇ 70 ਕੁ ਜਾਣੇ ਟੋਟਲ ਸੀ ਸਾਰੇ ਕਾਲੇ, ਤੇ ਮੈਨੂੰ ਉਹਨੇ ਇਹ ਗੱਲ ਕਹੀ ਕਿ ਆਪਣੀ ਪੰਜਾਬੀ ਮਾਂ ਬੋਲੀ 'ਚ ਮੈਨੂੰ ਕੁਛ ਨਾ ਕੁਛ ਆਂਦਾ ਸੁਣਾਓ, ਕੋਈ ਆਂਦਾ ਗਾਣਾ, ਕੁਛ ਵੀ ਕੁਛ ਸੁਣਾਓ। ਮੈਂ ਕਿਹਾ ਉਹਦਾ ਕਾਰਨ ਕੀ, ਇਹਨਾਂ ਨੂੰ ਸਮਝ ਨਹੀਂ ਆਉਣੀ? ਆਂਦਾ ਨਹੀਂ, ਅਸੀਂ ਫੀਲ ਕਰਾਂਗੇ, ਆਂਦਾ ਤੇਰੀ ਟੰਗ ਨੂੰ ਫੀਲ ਕਰਾਂਗੇ। ਤੇ ਮੇਰੀਆਂ ਅੱਖਾਂ 'ਚ ਨਾ ਉਸ ਟਾਈਮ ਥੋੜ੍ਹੀਆਂ ਜਿਹੀਆਂ ਨਮ ਹੋ ਗਈਆਂ ਕਿ ਯਾਰ ਇਹ ਜਾਣਦੇ ਨਹੀਂ ਆ, ਇਹ ਪਛਾਣਦੇ ਨਹੀਂ ਆ, ਇਹ ਫਿਰ ਵੀ ਮੈਨੂੰ ਕਹਿ ਰਹੇ ਵੀ ਆਪਣੀ ਪੰਜਾਬੀ ਮਾਂ ਬੋਲੀ 'ਚ ਕੁਛ ਬੋਲ। ਤੇ ਮੈਂ ਕਿਹਾ ਸਾਡੀ ਜਿਹੜੀ ਅਸੀਂ ਪੰਜਾਬੀ ਆ, ਅਸੀਂ ਆਪਣੇ ਆਪ ਨੂੰ ਪੰਜਾਬੀ ਘਮਾਉਂਦੇ ਆ, ਤੇ ਮੈਂ ਕਿਹਾ ਅਸੀਂ ਪੰਜਾਬੀ ਬੋਲਣ 'ਚ ਸ਼ਰਮ ਮਹਿਸੂਸ ਕਰਦੇ ਆ। ਤੇ ਉਹ ਗੱਲ ਕਿਤੇ ਨਾ ਕਿਤੇ ਤੇ ਗੱਲ ਵੱਡੇ ਭਾਜੀ ਮਨ ਨੂੰ ਚੁੱਭਦੀ ਆ ਕਿ ਕਸੂਰ ਤੇ ਸਾਡਾ ਹੀ ਆ, ਅਸੀਂ ਕਿਸੇ ਨੂੰ ਦੋਸ਼ ਨਾ ਦੇ। ਜਿੱਦਾਂ ਮੈਂ ਤੁਹਾਨੂੰ ਗੱਲ ਦੱਸਾਂ, ਜਿੱਦਾਂ ਆਪਾਂ ਆਮ ਹੀ ਕਹਿ ਦਿੰਦੇ ਆ ਕਿ ਦੱਦੇ ਦੋਸ਼ ਨਾ ਦੀਜੀਏ, ਦੋਸ਼ ਕਰਮਾ ਆਪਣਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੀਏ ਵਰਜਨਾ, ਕਿਹਨੂੰ ਦੋਸ਼ ਦਈਏ। ਬਹੁਤ ਬਹੁਤ ਜ਼ਰੂਰੀ ਟਾਈਮ ਦੌੜਿਆ ਜਾ ਰਿਹਾ, ਗੱਲਾਂ ਬਹੁਤ ਕਰ ਰਹੇ ਜੀ। ਤੁਸੀਂ ਥੀਏਟਰ ਜੀ ਚਲਾਉਂਦੇ ਆ, ਕੰਮ ਕਰਦੇ ਥੀਏਟਰ ਦਾ, ਬੱਚਿਆਂ ਨੂੰ ਬੜਾ ਸ਼ੌਕ ਆ ਐਕਟਿੰਗ ਕਰਨ ਦਾ, ਦਲੀਪ ਕੁਮਾਰ ਬਣਨ ਦਾ। ਬਿਲਕੁਲ ਜੀ। ਸ਼ਾਹਰੁਖ ਖਾਨ ਬਣਨ ਦਾ ਮੈਨੂੰ ਵੀ ਬੜਾ ਹੈ ਜੀ। ਕੀ ਸੁਨੇਹਾ ਦਿਓਗੇ ਬੱਚਿਆਂ ਨੂੰ? ਬਿਲਕੁਲ ਜੀ, ਬੱਚਿਆਂ ਨੂੰ ਕਿਉਂਕਿ ਕੋਈ ਵੀ ਬੱਚਾ ਫੇਲੀਅਰ ਨਹੀਂ ਬਣਨਾ ਚਾਹੀਦਾ, ਸ਼ਾਹਰੁਖ ਖਾਨ ਨਹੀਂ ਬਣਨਾ ਚਾਹੀਦਾ ਜੀ। ਬੱਚਿਆਂ ਦੀ ਵੱਡੇ ਭਾਜੀ ਸੋਚ ਨੂੰ ਕਦੀ ਦਬਾਉਣਾ ਨਹੀਂ ਚਾਹੀਦਾ। ਠੀਕ ਹੈ। ਜੇ ਆਪਾਂ ਚਾਹੁੰਦੇ ਹਾਂ ਕਿ ਬੱਚਾ ਦਲੀਪ ਕੁਮਾਰ ਜਾਂ ਸ਼ਾਹਰੁਖ ਖਾਨ ਬਣਨਾ ਚਾਹੁੰਦਾ ਤੇ ਆਪਾਂ ਨੂੰ ਬੱਚੇ ਦਾ ਸਾਥ ਦੇਣਾ ਚਾਹੀਦਾ, ਮੇਰੀ ਸੋਚ ਦੇ ਮੁਤਾਬਕ। ਇਹ ਨਹੀਂ ਕਿ ਬੱਚਾ ਕਲਾਕਾਰ ਬਣਨਾ ਚਾਹੁੰਦਾ ਤੇ ਅਸੀਂ ਆਂਦੇ ਉਹਨੂੰ ਇੰਜੀਨੀਅਰ ਬਣਾਉਣਾ, ਨਾ ਉਹਨੇ ਇੰਜੀਨੀਅਰ ਜੋਗੇ ਰਹਿਣਾ ਤੇ ਨਾ ਉਹਨੇ ਕਲਾਕਾਰ ਜੋਗੇ ਰਹਿ ਜਾਣਾ ਵਾ। ਜਿਹੜੀ ਫੀਲਡ 'ਚ ਵੀ ਬੱਚਾ ਜਾਣਾ ਚਾਹੁੰਦਾ ਵਾ, ਸਾਨੂੰ ਬੱਚੇ ਦੀ ਜਿਹੜੀ ਪਿੱਠ ਆ ਉਹ ਪੂਰੀ ਥਪਾਉਣੀ ਚਾਹੀਦੀ ਕਿ ਕਾਕਾ ਤੇਰੇ ਨਾਲ ਆ ਅਸੀਂ, ਤੇ ਬੱਚਾ ਜ਼ਰੂਰ ਕਾਮਯਾਬ ਹੋਊਗਾ। ਅੱਛਾ ਸੰਧੂ ਸਾਹਿਬ, ਤੁਸੀਂ ਕਾਂਸ਼ੀ ਟੀਵੀ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ। ਕੀ ਕਹਿਣਾ ਚਾਹੋਗੇ ਕਾਂਸ਼ੀ ਟੀਵੀ ਦੇ ਬਾਰੇ? ਕੰਚੀ ਟੀਵੀ ਬਾਰੇ ਮੈਂ ਜੀ ਇਹੋ ਕਹਿਣਾ ਚਾਹੂੰਗਾ, ਜਿਹੜਾ ਕੰਚੀ ਟੀਵੀ ਦਾ ਪੂਰੀ ਸਮੁੱਚੀ ਟੀਮ ਆ ਉਹਨੂੰ ਮੈਂ ਧੰਨਵਾਦ ਕਰਦਾ ਤੇ ਸਲੂਟ ਕਰਦਾ ਉਹਨਾਂ ਨੂੰ, ਕੋ ਐਡਾ ਉਪਰਾਲਾ ਕਰ ਰਹੇ ਆ। ਇੱਕ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਬੇਗਾਨਾ ਮੁਲਕ ਤੇ ਇਹਨਾਂ ਦਾ ਆਪਣਾ ਬਣ ਗਿਆ ਜੀ, ਪਰ ਫਿਰ ਵੀ ਬਹੁਤ ਵੱਡਾ ਉਪਰਾਲਾ ਵਾ ਜਿਹੜੇ ਇੰਨੇ ਉੱਚੇ ਪੱਧਰ ਤੇ ਇਹ ਚੈਨਲ ਨੂੰ ਚਲਾ ਰਹੇ ਆ। ਤੇ ਮੇਰੇ ਵੱਲੋਂ ਸਾਰੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਧੰਨਵਾਦ। ਤੇ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਵੀ ਆ ਰਿਹਾ ਵਾ, ਉਹਦੀਆਂ ਵੀ ਸਾਰੇ ਕਾਂਸ਼ੀ ਟੀਵੀ ਵੱਲੋਂ ਸਾਰੇ ਸਟਾਫ ਨੂੰ, ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ, ਸਮੁੱਚੀ ਦੁਨੀਆ ਨੂੰ PS ਆਰਟ ਕਲਚਰ ਸੁਸਾਇਟੀ ਵੱਲੋਂ ਮੈਂ ਸਾਰਿਆਂ ਦਾ ਸ਼ੁਕਰਾਨਾ ਕਰਦਾ, ਧੰਨਵਾਦ ਕਰਦਾ। ਤੇ ਤੁਸੀਂ ਧੰਨਵਾਦ ਤੁਹਾਡਾ ਫਿਰ ਦੁਬਾਰਾ ਜੀ। ਥੈਂਕ ਯੂ। ਅੱਛਾ ਪ੍ਰਵੀਨ ਜੀ, ਗੱਲ ਇੱਕ ਹੋਰ ਮੇਰੇ ਮਨ 'ਚ ਆਈ ਹੋਇਆ ਕਿ ਵੀ ਹੋ ਸਕਦਾ ਜੀ ਮੈਂ ਤੁਹਾਡੇ ਕੋਲੋਂ ਪੁੱਛਣ ਤੋਂ ਜੀ ਕੋਈ ਵਾਂਝਾ ਰਹਿ ਗਿਆ ਹੋਵਾਂ, ਅਗਰ ਕੋਈ ਗੱਲ ਤੁਸੀਂ ਕਹਿਣੀ ਚਾਹੋ ਮੈਂ ਪੁੱਛ ਨਾ ਸਕਿਆ ਹੋਵਾਂ, ਤੁਸੀਂ ਜ਼ਰੂਰ ਕਹੋ। ਮੈਂ ਨਾ ਜੀ ਕੋਸ਼ਿਸ਼ ਗੱਲਾਂ ਆਪਾਂ ਰੱਖ ਛੱਡੀਏ, ਅਗਲੀ ਵਾਰੀ ਵੀ ਕਰ ਲਾਂਗੇ। ਉਹ ਮੈਨੂੰ ਅੱਗੇ ਵੀ ਮੌਕਾ ਦੇ ਦਿਓ, ਇਹਨੇ ਵੀ ਅਗਲੀ ਵਾਰੀ। ਹਾਂਜੀ ਤੁਸੀਂ ਰੋਜ਼ ਆਓ। ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਮਜ਼ਾ ਆਇਆ, ਪਰ ਟਾਈਮ ਥੋੜਾ ਆਪਾਂ ਨੂੰ ਇੱਕ ਵਾਰੀ ਫੇਰ ਮਿਲਣਾ ਪਏਗਾ। ਕੋਈ ਗੱਲ ਨਹੀਂ, ਮਿਲਾਂਗੇ ਜ਼ਰੂਰ ਮਿਲਾਂਗੇ ਜੀ। ਕਿਉਂਕਿ ਜਿੰਨੇ ਵਿਸ਼ੇ ਆ ਸਾਰੇ ਇਹ ਬਹੁਤ
ਟਾਈਮ ਮੰਗਦੇ ਆ ਔਰ ਬਹੁਤ ਸੋਚ ਮੰਗਦੇ ਆ। ਤੁਸੀਂ ਬਹੁਤ ਵਧੀਆ ਸੋਚ ਲੈ ਕੇ ਚੱਲ ਰਹੇ ਆ। ਮੈਂ ਤੁਹਾਡਾ ਤਹਿ ਦਿਲ ਤੋਂ ਬਹੁਤ ਬਹੁਤ ਥੈਂਕ ਯੂ। ਮੈਂ ਤੁਹਾਡਾ ਧੰਨਵਾਦ ਕਰਦਾ ਜੀ ਇੱਕ ਗੱਲ ਤੇ ਵੀ ਇਹਨਾਂ ਨੇ ਜੀ ਅੱਜ ਮੈਨੂੰ ਆਪਣੀਆਂ ਬੁੱਕਸ 2 ਦਿੱਤੀਆਂ ਹੈਗੀਆਂ ਇਹਨਾਂ ਨੇ, ਤੇ ਮੈਂ ਜ਼ਰੂਰ ਪੜ੍ਹਾਂਗਾ ਇਹਨਾਂ ਬੁੱਕਸ ਨੂੰ। ਤੇ ਤੁਸੀਂ ਮੈਂ ਥੋੜ੍ਹਾ ਜਿਹਾ ਜਦੋਂ ਇੰਟਰਵਿਊ ਚਾਲੂ ਹੋਣ ਤੋਂ ਪਹਿਲਾਂ ਮੈਂ 2 ਵਰਕੇ ਪੜ੍ਹੇ ਸੀ, ਮੈਨੂੰ ਵਧੀਆ ਲੱਗਾ। ਤੇ ਇਸ ਤਰ੍ਹਾਂ ਦੇ ਤੁਸੀਂ ਉਪਰਾਲੇ ਇੱਥੇ ਬਹਿ ਕੇ ਵੀ ਤੁਸੀਂ ਇੱਦਾਂ ਦੇ ਉਪਰਾਲੇ ਕਰ ਰਹੇ ਆ, ਬਹੁਤ ਵਧੀਆ ਗੱਲ ਆ। ਮੇਰੇ ਵੱਲੋਂ ਤੁਹਾਨੂੰ ਪ੍ਰਣਾਮ ਆ, ਸਲੂਟ ਆ, ਤੁਹਾਡੇ ਜਜ਼ਬੇ ਨੂੰ ਸਲੂਟ ਆ। ਥੈਂਕ ਯੂ ਥੈਂਕ ਯੂ। ਇਹ ਸੀ ਜੀ ਪ੍ਰਵੀਨ ਸਿੰਘ ਸੰਧੂ ਸਾਹਿਬ। ਜਦੋਂ ਮੈਂ ਪ੍ਰਵੀਨ ਕਹਿੰਦਾ ਤਾਂ ਮੈਨੂੰ ਥੋੜ੍ਹਾ ਜਿਹਾ ਰੁਕਣਾ ਪੈਂਦਾ, ਕਿਉਂਕਿ ਮੇਰੇ ਲੜਕੇ ਦਾ ਨਾਮ ਵੀ ਪ੍ਰਵੀਨ ਆ। ਤੇ ਇਸ ਕਰਕੇ ਉਹ ਮੈਂ ਕਿਤੇ ਸੋਚਦਾ ਕਿ ਬਾਅਦ 'ਚ ਮੈਂ ਆਪਣੇ ਨਾਮ ਨਾਲ ਜੋੜ ਲਵਾਂ, ਪਰ ਇਹ ਵੀ ਮੇਰੇ ਬੱਚਿਆਂ ਵਾਂਗੀ ਹੈ। ਜਾਣੀ ਬਹੁਤ ਵਧੀਆ ਇਹਨਾਂ ਨੇ ਗੱਲਬਾਤ ਕੀਤੀ ਹੈ। ਗੱਲਬਾਤ ਕੋਈ ਵੀ ਕਰੀਏ ਉਹਦਾ ਮਕਸਦ ਇਹ ਹੁੰਦਾ ਕਿ ਜਿਹੜੀ ਗੱਲ ਅਸੀਂ ਕਰ ਰਹੇ ਹੋ ਤੁਸੀਂ ਵੀ ਕਰੋ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀ ਜਿਹੜੀ ਮਾਂ ਬੋਲੀ ਆ ਇਹਨੂੰ ਪ੍ਰਮੋਟ ਕਰਨਾ, ਇਹਨੂੰ ਕੰਪਲਸਰੀ ਕਰਨਾ ਲੋਕਾਂ ਵਿੱਚ। ਜ਼ਰੂਰ ਪੜ੍ਹਨਾ ਚਾਹੀਦਾ, ਸਕੂਲਾਂ ਵਾਲਿਆਂ ਵਿੱਚ ਲੱਗਣੀ ਚਾਹੀਦੀ ਹੈ, ਗੌਰਮੈਂਟ ਨੂੰ ਫੋਰਸ ਕਰਨਾ ਚਾਹੀਦਾ ਵੀ ਇਹਨੂੰ ਲਾਓ। ਜੇ ਤੁਸੀਂ ਵੀ ਸਹਿਯੋਗ ਦਿਓਗੇ ਤਾਂ ਹੀ ਹੋ ਸਕਦਾ। ਅਸੀਂ ਇੱਥੇ ਬੈਠ ਕੇ ਨਹੀਂ ਕਰ ਸਕਦੇ। ਇਹਨਾਂ ਨੇ ਗੱਲ ਜਾਤ ਪਾਤ ਦੀ ਕੀਤੀ ਹੈਗੀ ਆ। ਸਾਡੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣ ਦਾ ਮਕਸਦ ਹੈ ਕਿ ਜਿਹੜੀ ਗੱਲ ਗਲਤ ਆ ਅਸੀਂ ਤੁਹਾਨੂੰ ਕਹਿੰਦੇ ਗਲਤ ਆ, ਤੁਸੀਂ ਉੱਤੇ ਕੰਮ ਕਰੋ। ਸਾਡੇ ਇਕੱਲੇ ਕਹਿਣ ਨਾਲ ਕੁਛ ਨਹੀਂ ਹੋਣਾ, ਲੇਕਿਨ ਜਿਹੜਾ ਸਾਡਾ ਕਿਹਾ ਉਹ ਤੁਹਾਡੇ ਤੱਕ ਪਹੁੰਚਦਾ, ਤੁਸੀਂ ਗੱਲ ਨੂੰ ਅੱਗੇ ਕਰਨਾ। ਇੱਦਾਂ ਹੀ ਆ, ਗਾਣਾ ਇੱਕ ਹੁੰਦਾ ਉਹ ਜਿਹਨੇ ਗਾਇਆ ਉਹ ਤਾਂ ਚਲਾ ਗਿਆ, ਲੇਕਿਨ ਬਾਅਦ 'ਚ ਤੁਸੀਂ ਸੁਣਦੇ ਆ, ਤੁਸੀਂ ਉਸ ਗਾਣੇ ਨੂੰ ਪ੍ਰਮੋਟ ਕਰਦੇ ਆ। ਜਿਹੜੇ ਇਸ਼ੂ ਆ ਅਸੀਂ ਸਿਰਫ ਡਿਸਕਸ ਕਰ ਸਕਦੇ ਹਾਂ, ਲੇਕਿਨ ਉਹਨਾਂ ਨੂੰ ਅੱਗੇ ਤੋਰਨਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਆਓ ਪੰਜਾਬੀ ਦੀ ਆਪਾਂ ਗੱਲ ਕਰੀਏ, ਪੰਜਾਬੀ ਨੂੰ ਅੱਗੇ ਤੋਰੀਏ। ਮੈਂ ਮਿਲਾਂਗਾ ਤੁਹਾਨੂੰ ਅਗਲੇ ਹਫ਼ਤੇ। ਅੱਜ ਤੱਕ ਇੰਨਾ ਹੀ। ਜੈ ਭੀਮ, ਜੈ ਗੁਰਦੇਵ, ਨਮੋ ਬੁੱਧਾਏ। ਥੈਂਕ ਯੂ ਵੈਰੀ ਮਚ।